स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ईआई ਵਾਇਰਸ ਐਂਡ ਕੇਬਲਸ ਵਿਚਾਰ ਤਕਰਾਰ। ਕੋਵਿਡ-19 ਨੂੰ ਲੈ ਕੇ ਸਰਕਾਰ ਬੜੀ ਫਿਕਰਮੰਦ ਨਜ਼ਰ ਆ ਰਹੀ ਹੈ, ਖਾਸ ਤੌਰ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਸਰਕਾਰਾਂ ਬੜੀਆਂ ਫਿਕਰਮੰਦ ਨੇ। ਇਸੇ ਕਰਕੇ ਆਏ ਦਿਨ ਪ੍ਰੀਵਿਊ ਕੀਤਾ ਜਾਂਦਾ, ਰਿਵਿਊ ਕੀਤਾ ਜਾਂਦਾ, ਉਸ ਤੋਂ ਬਾਅਦ ਨਵੇਂ ਐਲਾਨ, ਨਵੀਆਂ ਹਦਾਇਤਾਂ ਦਾ ਐਲਾਨ ਕੀਤਾ ਜਾਂਦਾ। ਪੰਜਾਬ ਸਰਕਾਰ ਨੇ ਨਵੀਆਂ ਹਦਾਇਤਾਂ ਦਾ ਐਲਾਨ ਕੀਤਾ। ਉਹਨਾਂ ਹਦਾਇਤਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨਾਈਟ ਕਰਫਿਊ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਜਿਹੜੀ ਸਾਰੇ ਹੀ ਲੋਕ ਚੁੱਕ ਰਹੇ ਸੀਗੇ ਕਿ ਕਿਉਂ ਸਰਕਾਰਾਂ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੀਆਂ, ਤੇ ਉਹ ਸੀ ਸਿਆਸੀ ਸਰਗਰਮੀਆਂ ਜਾਂ ਕਹਿ ਲਓ ਸਿਆਸੀ ਗੱਠਜੋੜਾਂ ਦੇ ਜਿਹੜੇ ਰੈਲੀਆਂ ਹੁੰਦੀਆਂ ਨੇ ਜਾਂ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਜਾਂ ਇਕੱਠ ਹੁੰਦੇ ਨੇ, ਉਹਨਾਂ ਤੇ ਰੋਕ ਕਿਉਂ ਨਹੀਂ ਲਾਈ ਜਾਂਦੀ। ਜਦੋਂ ਤੁਸੀਂ ਇਹ ਗੱਲਾਂ ਕਹਿੰਦੇ ਹੋ ਕਿ ਕੋਵਿਡ-19 ਦਾ ਘੇਰਾ ਵੱਧਦਾ ਜਾ ਰਿਹਾ, ਆ ਹਦਾਇਤਾਂ ਸਾਰਿਆਂ ਤੇ ਲਾਗੂ ਹੋਣਗੀਆਂ, ਉਹ ਹਦਾਇਤਾਂ ਸਿਆਸੀ ਪਾਰਟੀਆਂ ਤੇ ਲਾਗੂ ਕਿਉਂ ਨਹੀਂ ਹੁੰਦੀਆਂ, ਉਹ ਸਵਾਲ ਚੁੱਕੇ ਜਾ ਰਹੇ ਸੀਗੇ। ਜਿਸ ਦਾ ਜਵਾਬ ਦਿੰਦਿਆਂ ਅੱਜ ਪੰਜਾਬ ਸਰਕਾਰ ਨੇ ਕਹਿ ਦਿੱਤਾ ਕਿ 30 ਅਪ੍ਰੈਲ ਤੱਕ ਕੋਈ ਸਿਆਸੀ ਇਕੱਠ ਨਹੀਂ ਹੋਏਗਾ, ਕੋਈ ਰੈਲੀ ਨਹੀਂ ਹੋਏਗੀ। ਇਹ ਸਾਰੇ ਐਲਾਨ ਕੀਤੇ ਗਏ ਨੇ। ਇਹ ਸਾਰੀਆਂ ਚੀਜ਼ਾਂ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਤੇ ਆਮ ਲੋਕ ਕਿਵੇਂ ਦੇਖ ਰਹੇ ਨੇ? ਕੀ ਪੰਜਾਬ ਸਰਕਾਰ ਜੋ ਹਦਾਇਤਾਂ ਦੇ ਰਹੀ ਹੈ ਉਹ ਸਹੀ ਦਿਸ਼ਾ ਵੱਲ ਜਾ ਰਹੀਆਂ ਨੇ? 1 ਸਾਲ ਬਾਅਦ ਅੱਜ ਅਸੀਂ ਕਿੱਥੇ ਖੜੇ ਹਾਂ? ਪੂਰੇ ਮੁਲਕ ਨਾਲੋਂ ਸਭ ਤੋਂ ਵੱਧ ਮੌਤ ਦਰ ਪੰਜਾਬ ਦੇ ਵਿੱਚ ਕਿਉਂ ਹੈ? ਕੀ ਅਸੀਂ ਲੇਟ ਤਾਂ ਨਹੀਂ ਹੋ ਗਏ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ? ਔਰ ਕੇਂਦਰੀ ਮੰਤਰੀ ਦਾ ਇਹ ਬਿਆਨ ਦਿੱਤਾ ਜਾਣਾ ਕਿ ਪੰਜਾਬ ਕਿਉਂ ਇਸ ਖਤਰੇ ਵੱਲ ਵੱਧ ਰਿਹਾ, ਉਹ ਵੀ ਤੁਹਾਨੂੰ ਦੱਸਾਂਗੇ। ਇੱਕ ਅਜੀਬੋ ਗਰੀਬ ਜਿਹਾ ਬਿਆਨ ਦਿੱਤਾ। ਸਭ ਤੋਂ ਪਹਿਲਾਂ ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਦਿਖਾਉਂਦੇ ਹਾਂ ਕਿ ਕੀ ਵੱਡੇ ਐਲਾਨ ਅੱਜ ਕੀਤੇ ਗਏ ਨੇ, ਉਸ ਤੋਂ ਬਾਅਦ ਵਿਚਾਰ ਚਰਚਾ ਨੂੰ ਅੱਗੇ ਲੈ ਕੇ ਜਾਵਾਂਗੇ। ਪੂਰੇ ਪੰਜਾਬ ਦੇ ਵਿੱਚ 30 ਅਪ੍ਰੈਲ ਤੱਕ ਨਾਈਟ ਕਰਫਿਊ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ। ਰਾਤ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਇਹ ਨਾਈਟ ਕਰਫਿਊ ਚੱਲਦਾ ਰਹੇਗਾ। 30 ਅਪ੍ਰੈਲ ਤੱਕ ਸਿਆਸੀ ਇਕੱਠ ਕਰਨ ਤੇ ਮੁਕੰਮਲ ਤੌਰ ਤੇ ਰੋਕ ਲਗਾ ਦਿੱਤੀ ਗਈ ਹੈ। ਸਿਆਸੀ ਆਗੂਆਂ ਲਈ ਇਕੱਠ ਕਰਨ ਉੱਤੇ ਮਾਮਲੇ ਦਰਜ ਕੀਤੇ ਜਾਣਗੇ। ਜੇਕਰ ਫਿਰ ਵੀ ਕਿਸੇ ਨੇ ਇਕੱਠ ਕੀਤਾ, ਜਿਹੜਾ ਵੀ ਰੈਲੀਆਂ ਦੇ ਲਈ ਟੈਂਟ ਦੇਗਾ ਉਸ ਦੇ ਖਿਲਾਫ ਵੀ ਪਰਚੇ ਦਰਜ ਹੋਣਗੇ। ਟੈਂਟ ਹਾਊਸ ਦੇ ਖਿਲਾਫ 30 ਅਪ੍ਰੈਲ ਤੱਕ ਸਕੂਲ ਕਾਲਜ ਬੰਦ ਰਹਿਣਗੇ, ਜਿਵੇਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀਗਾ। ਸਰਕਾਰੀ ਦਫ਼ਤਰਾਂ ਦੇ ਵਿੱਚ ਮੁਲਾਜ਼ਮਾਂ ਨੂੰ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਵਿਆਹ ਤੇ ਸੋਗ ਸਮਾਗਮਾਂ ਦੇ ਵਿੱਚ ਇਨਡੋਰ ਦੇ ਵਿੱਚ 50 ਤੇ ਆਊਟਡੋਰ ਦੇ ਵਿੱਚ 100 ਲੋਕਾਂ ਦੇ ਇਕੱਠ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਮਾਲ ਦੇ ਵਿੱਚ 200 ਲੋਕਾਂ ਨੂੰ ਦਾਖਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਪਹਿਲਾਂ 100 ਸੀ। ਪੰਜਾਬ ਦੇ ਵਿੱਚ 85% यूके स्ट्रेन के केस ने कैप्टन अमरिंदर सिंह ने एक बार फिर तो दोहराया। नाल ही सेहत मंत्री बलबीर सिद्धू का एक बड़ा बयान आया। बलबीर सिद्धू कहते हैं कि पंजाब दे विच लॉकडाउन नहीं लगेगा। इस गल की अश्योरेंस असीं दिंदे हां कि लॉकडाउन नहीं असीं पंजाब दे विच लाना। दूजे पासे केंद्री सेहत मंत्री डॉक्टर हर्षवर्धन का दावा है कि किसानी अंदोलन करके पंजाब दे विच केस वधे ने। पंजाब दे विच कोरोना कारण हो रही मौतां एक चिंता का वड्डा विशा मनिया जा रही। केंद्र सरकार का दावा है। हुण बड़े सारे लोग ये समझते हैं कि जिहड़ियां हदायतां तुसीं दिंदे हो, भावें वो केंद्र सरकार होवे, भावें वो सूबा सरकार होवे, जिन्हां स्टेट्स दे विच इलैक्शन हो रहे हुंदे ने उत्थे कोरोना क्यों नहीं है? उत्थे सियासी इकट्ठ भी है, उत्थे सियासी रैलियां भी हैं। साडे भारत दे प्रधानमंत्री भी जाके रैलियां करते हैं, बीजेपी के प्रधान भी रैलियां करते हैं कि उत्थे करोना कुछ नहीं कहता। उन्हां थावां ते करोना क्यों कहता जिथे इलैक्शन नहीं है? बड़ियां सारियां चीज़ां ट्रॉल भी होंदियां ने। रात नूं 9 वजे करोना आ जाता जी, सारा दिन घरों बाहर रहिंदा। इह जिहियां चीज़ां ट्रॉल भी बहुत ज़्यादा हो रही ने और लोग ये पुछते हैं कि इहदे पिछे लॉजिक सानूं नज़र नहीं आता। इस करके सानूं एक हवा क्रिएट किया जा रहा, एक डरावा दिता जा रहा। पर जिहड़ियां लगातार हो रही मौतां ने वो एक वड्डा सवाल जरूर चुकदियां ने। इसे मुद्दे ते विचार चर्चा दे लई खास मेहमान बुलाए हुए ने असीं। चरणजीत सिंह फकर सर साहब बुला रहे श्रोमणी अकाली दल के, सुरजीत सिंह सैयद साहब बुला रहे पंजाब कांग्रेस से, विनीत वर्मा जी बुला रहे आम आदमी पार्टी के, रजिंदर भंडारी जी बुला रहे पंजाब बीजेपी के, डॉक्टर प्यारेलाल गर्ग साहब साबका रजिस्ट्रार ने बाबा फरीद यूनिवर्सिटी के। बहुत बहुत स्वागत है सारे मेहमानों का। सब तो पहला सुरजीत सिंह सैयद साहब थोड़ी सरकार नूं हुण नज़र आउण लगियां सियासी रैलियां तो बड़ी दिनों दी चल रही हैं। कोरोना का संकट भी बड़े दिनों का चल रहा है। अकाली दल ने धुआंधार रैलियां कीतियां, आम आदमी पार्टी ने रैलियां कीतियां, तुहानूं पहलां सोची क्यों नहीं आई? देखो असीं बेनतियां तां करदे रहे कि देखो पहली गल ये हैगी है कि सानूं सारिआं नूं एक अपनी जिम्मेवारी समझनी चाहिदी हैगी है। पोलीटिकल पार्टीज़ नूं भी जिहड़ी अपनी जिम्मेवारी हैगी है, सेहत है तो सब कुछ हैगा, उस गल नूं ध्यान च रख के आपकी जिम्मेवारी नूं हैगा समझ के इग्नोर नहीं करना चाहिए, कोई लापरवाही नहीं वरतनी चाहिए। लेकिन पता नहीं किस कारण करके इन्हों ने अपने सियासी हितों को ज़्यादा इंपोर्टेंस दी है लोगों की जिंदगियों तो, इसे करके ये सख्त जिहड़े कदम लैणे पैंदे ने जी। रैलियां बंद करनियां पईयां ने क्योंकि नंबरस वध रहे हैं, कोरोना दे जिहड़ी गिनती वध रही हैगी है, मौतां जिहड़ियां हैगियां वो भी ज़्यादा हो रही ने। इस करके जिहड़ी हैगी है सानूं सारिआं नूं
ਹਦਾਇਤਾਂ ਦੇਣੀਆਂ ਪਏ ਸਰਕਾਰ ਨੂੰ, ਤੇ ਆਪਾਂ ਨੂੰ ਮੈਂ ਜਿਹੜੀ ਬੇਨਤੀ ਕਰਦਾ ਜੀ। ਹਾਂ ਕਿ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਕੰਟਰੋਲ ਵਿੱਚ ਰੱਖੇ, ਹਦਾਇਤਾਂ ਜਾਰੀ ਕਰੇ, ਲੇਕਿਨ ਲੋਕਾਂ ਦਾ ਫਰਜ਼ ਇਹ ਬਣਦਾ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਬਿਲਕੁਲ ਕਿ ਠੀਕ ਹੈ ਆਪਦੀ ਆਪਾਂ ਜ਼ਿੰਮੇਵਾਰੀ ਸਮਝ ਕੇ ਆਪ ਦੀ ਜ਼ਿੰਮੇਵਾਰੀ ਦੇ ਮੁਤਾਬਕ ਜਿਹੜੀ ਹੈਗੀ ਹੈ ਜੋ ਹਦਾਇਤਾਂ ਉਹਨਾਂ ਦਾ ਪਾਲਣ ਕਰੀਏ, ਜਾਂ ਕਿ ਜਿਹੜੀ ਇਹ ਬਿਮਾਰੀ ਹੈਗੀ ਹੈ ਅੱਗੇ ਨਾ ਫੈਲ ਸਕੇ। ਤੇ ਪੋਲੀਟੀਕਲ ਪਾਰਟੀਆਂ ਦੇਖੋ ਹੁਣ ਸਮਝਦਾਰ ਨੇ, ਹਾਂ ਮੈਂ ਸਮਝ ਗਿਆ, ਇਹ ਸਮਝਦਾਰ ਨੇ, ਜ਼ਿੰਮੇਵਾਰੀ ਇਹਨਾਂ ਦੀ ਬਣਦੀ ਹੈ। ਸੈਦ ਸਾਹਿਬ ਤੁਹਾਡੇ ਵਿਰੋਧੀ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਨੇ, ਤੁਸੀਂ ਕੇਸ ਨੰਬਰ ਵਧਣ ਦੀ ਗੱਲ ਕੀਤੀ, ਉਹ ਕਹਿੰਦੇ ਨੇ ਕਿ ਰੈਲੀਆਂ ਦੇ ਵਿੱਚ ਲੋਕਾਂ ਦੇ ਨੰਬਰ ਵੱਧ ਰਹੇ ਨੇ, ਇਸ ਕਰਕੇ ਤੁਹਾਡੇ ਦਿਲ ਘਟ ਰਹੇ ਨੇ, ਇਸ ਕਰਕੇ ਤੁਸੀਂ ਇਹ ਰੈਲੀਆਂ ਤੇ ਰੋਕ ਲਾਈ ਹੈ। ਨੰਬਰ ਭਾਵੇਂ ਕੇਸਿਸ ਦੇ ਵਧੇ ਨੇ ਪਰ ਉੱਥੇ ਰੈਲੀਆਂ ਦੇ ਨੰਬਰ ਵੀ ਵੱਧ ਰਹੇ ਨੇ, ਇਸ ਕਰਕੇ ਤੁਹਾਨੂੰ ਲੱਗਣ ਲੱਗ ਗਿਆ ਕਿ ਇਹ ਨੰਬਰ ਘਟਾਉਣ ਦਾ ਤਰੀਕਾ ਇੱਕੋ ਇੱਕ ਹੈ, ਰੈਲੀਆਂ ਤੇ ਕੁਐਸਚਨ ਚਿੰਨ੍ਹ ਲਾ ਦਿਓ। ਨਹੀਂ, ਇਹ ਬਹੁਤ ਹੀ ਨਾ ਗੈਰ ਜ਼ਿੰਮੇਵਾਰਾਨਾ ਜਿਹੜਾ ਇਹਨਾਂ ਦਾ ਬਿਆਨ ਹੈਗਾ, ਅਕਾਲੀ ਦਲ ਦਾ ਵੀ ਤੇ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਵੀ। ਦੇਖੋ ਤੁਸੀਂ ਦਿੱਲੀ ਦੇ ਵਿੱਚ ਤਾਂ ਕਰਫਿਊ ਲਾਇਆ ਰਾਤ ਦਾ ਕੇਜਰੀਵਾਲ ਨੇ, ਦਿੱਲੀ ਦੇ ਲੋਕਾਂ ਦੀ ਜਾਨ ਹੋ ਰਿਹਾ, ਪੰਜਾਬ ਦੇ ਲੋਕਾਂ ਦੀ ਜਾਨ ਹੋ ਰਿਹਾ ਕੁਛ, ਇੱਥੇ ਆ ਕੇ ਰੈਲੀਆਂ ਕਰਦੇ ਨੇ, ਉਹ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਉਹਨਾਂ ਦੀ। ਤਾਂ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈਗਾ, ਆਪਾਂ ਨੂੰ ਲੋਕਾਂ ਦੀ ਜਾਨ ਬਚਾਉਣੀ ਹੈ, ਆਪਣੀ ਜਾਨ ਬਚਾਉਣੀ ਹੈ, ਆਪਦੇ ਪਿਆਰਿਆਂ ਦੀ, ਆਪਣੇ ਪਰਿਵਾਰ ਮੈਂਬਰਾਂ ਦੀ, ਸਾਰਿਆਂ ਦੀ ਆਪਾਂ ਜਾਨ ਬਚਾਉਣੀ ਹੈਗੀ ਹੈ। ਜਿਹੜੀ ਗੱਲ ਕਰਕੇ ਆਪਾਂ ਨੂੰ ਫੈਲਾਅ ਜਿਹੜਾ ਹੈਗਾ ਬਿਮਾਰੀ ਦਾ ਉਹ ਘਟ ਸਕਦਾ ਹੈ, ਆਪਾਂ ਉਹ ਤਾਂ ਕਰੀਏ ਨਾ ਜੀ। ਠੀਕ ਹੈ, ਠੀਕ ਹੈ, ਚਲੋ ਮੈਂ ਇੱਕ ਰਿਐਕਸ਼ਨ ਲੈ ਲਾ ਬਰਾੜ ਸਾਹਿਬ ਤੋਂ ਰਿਐਕਸ਼ਨ। ਚਰਨਜੀਤ ਸਿੰਘ ਜੀ, ਇਸ ਗੱਲ ਦੇ ਨਾਲ ਤੁਸੀਂ ਇਤਫਾਕ ਰੱਖਦੇ ਹੋ ਜਿਹੜੇ ਅੱਜ ਐਲਾਨ ਕੀਤੇ ਗਏ ਨੇ, ਪੋਲੀਟੀਕਲ ਪਾਰਟੀਆਂ ਲਈ ਵੀ ਐਲਾਨ ਹੋਏ ਨੇ, ਸਿਰਫ ਸਵੈਚ ਸਾਹਿਬ ਨਹੀਂ ਬੜੇ ਸਾਰੇ ਲੋਕ ਵੀ ਕਹਿੰਦੇ ਸੀਗੇ ਕਿ ਇਹ ਹਦਾਇਤਾਂ ਪੋਲੀਟੀਕਲ ਪਾਰਟੀਆਂ ਤੇ ਨਹੀਂ ਲਾਗੂ ਹੁੰਦੀਆਂ ਜਿਹੜੀਆਂ ਸਾਡੇ ਤੇ ਲਾ ਰਹੇ ਹੋ? ਦੇਖੋ, ਮੈਂ ਇੱਕ ਬੇਨਤੀ ਕਰਾਂ ਕਿ ਇਹ ਹਾਥੀ ਦੇ ਦੰਦਾਂ ਵਾਲੀ ਗੱਲ ਹੈ ਕਾਂਗਰਸ ਪਾਰਟੀ ਦੀ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਦੀ, ਕਿ ਖਾਣ ਲਈ ਹੋਰ ਨੇ ਤੇ ਦਿਖਾਉਣ ਲਈ ਹੋਰ ਨੇ। ਮੈਂ ਜਦੋਂ ਤੁਹਾਡਾ ਪ੍ਰੋਗਰਾਮ ਦਾ ਮੈਨੂੰ ਸੱਦਾ ਮਿਲਿਆ ਤੇ ਮੈਂ ਕੋਈ ਅੱਜ ਬਹੁਤੀ ਸਰਚ ਭਾਵੇਂ ਨਹੀਂ ਕਰ ਸਕਿਆ, ਪਰ ਮੈਂ ਵੇਖਿਆ ਵੀ ਚਲੋ ਇੱਕ ਲੀਡਰ ਦੀ ਕਰਕੇ ਦੇਖਦੇ ਆਂ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਦੀ ਸਰਕਾਰੀ ਚਿੱਠੀ ਹੈ ਕਿ ਮਿਨੀਮਮ 1000 ਥਾਵਾਂ ਦੇ ਉੱਤੇ ਪ੍ਰੋਗਰਾਮ ਹੋਊਗਾ 1 ਅਪ੍ਰੈਲ ਨੂੰ, ਜਿਹੜਾ ਮੁਫਤ ਬੱਸ ਸਰਵਿਸ ਦਾ ਸੀ। ਇਹ ਤੁਹਾਨੂੰ ਕਿਹਨੇ ਇਜਾਜ਼ਤ ਦਿੱਤੀ ਸੀ ਕੈਪਟਨ ਸਾਹਿਬ? ਇਹ ਕਿਹਨੇ ਤੁਹਾਨੂੰ, ਕੋਈ ਧਰਮਰਾਜ ਨੇ ਬਖਸ਼ਤਾ ਸੀ ਵੀ ਅੱਜ ਕਰੋਨਾ ਨਹੀਂ ਆਉਣਾਗਾ? ਉਦੋਂ ਅੱਗੇ ਛੱਡ ਦਿਓ ਤੁਸੀਂ। ਉਦੋਂ ਬਾਅਦ ਅੱਜ ਦੀ ਦਿਹਾੜੀ ਦੇ ਵਿੱਚ ਅੱਜ ਤੁਹਾਡੀ ਕਾਂਗਰਸ ਪਾਰਟੀ ਦੇ ਕੋਈ ਮਾਰਕੀਟ ਹੈਗੀ ਅੰਮ੍ਰਿਤਸਰ ਦੇ ਵਿੱਚ, ਪਤਾ ਨਹੀਂ ਜਮਨਗੜ੍ਹ ਹੈ ਜਾਂ ਕਿਹੜੀ ਹੈ, ਉੱਥੇ ਅੱਜ ਸੀਵਰੇਜ ਦਾ ਕੋਈ ਉਦਘਾਟਨ ਜਾਂ ਨੀਂਹ ਪੱਥਰ ਜਾਂ ਪਤਾ ਨਹੀਂ ਕੀ ਹੈਗਾ, ਤੇ ਘੱਟੋ ਘੱਟ 200-300 ਬੰਦਾ ਬੈਠਾ ਵੀ ਹੈ। ਕੀ ਉੱਥੇ ਕਰੋਨਾ ਨਹੀਂ ਜਾਂਦਾ? ਉਦੋਂ ਛੱਡ ਦਿਓ ਤੁਸੀਂ। ਮੈਂ ਸ਼ੁੱਕਰਵਾਰ ਦੀ ਸੁਖਜਿੰਦਰ ਰੰਧਾਵਾ ਸਾਹਿਬ ਦੀਆਂ ਗਤੀਵਿਧੀਆਂ ਵੇਖੀਆਂ, ਇਹਨਾਂ ਨੇ ਬਾਇਓ CNG ਦਾ ਇੱਕ ਕੋਈ ਪਲਾਂਟ ਦਾ ਨੀਂਹ ਪੱਥਰ ਰੱਖਿਆ ਕਿ ਨਹੀਂ। ਪਹਿਲਾਂ ਤਾਂ ਤੁਹਾਡੀ ਆਪ ਦੀ ਸਰਕਾਰ ਦੇ ਕੈਬਨਿਟ ਦੇ ਫੈਸਲਿਆਂ ਦੇ ਮੂੰਹ ਤੇ ਤਮਾਚਾ ਹੈ। ਤੁਹਾਡੇ ਵਿੱਤ ਮੰਤਰੀ ਸਾਹਿਬ ਨੇ ਤੇ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਕੋਈ ਮੰਤਰੀ ਕੋਈ MLA ਸਾਡਾ ਨੀਂਹ ਪੱਥਰ ਨਹੀਂ ਰੱਖੂਗਾ। ਆ ਮੂੰਹ ਚੜਚੜਾਉਂਦੀਆਂ ਤੁਹਾਡੀਆਂ ਪ੍ਰਾਪਤੀਆਂ ਦਾ ਹਿੱਸਾ ਹੈ ਜਿਹੜਾ ਕਹਿੰਦੇ ਸੀ ਅਸੀਂ 85% ਪੂਰੇ ਕਰ ਲਏ, ਉਸੇ ਚੋਂ ਹੀ ਨੀਂਹ ਪੱਥਰਾਂ ਦਾ ਜਿਹੜਾ ਹੈਗਾ। ਤਾਂ ਉੱਥੇ ਵੀ 300-400-500 ਬੰਦਾ ਜਿਹੜਾ ਕੁਰਸੀਆਂ ਤੇ ਬੈਠਾ ਹੁਣ ਵੀ ਮੌਜੂਦ ਹੈਗਾ। ਜੇ ਤੁਸੀਂ ਕਹੋ ਮੈਂ ਫੋਟੋਆਂ 5-7 ਇਹਨਾਂ ਦੀਆਂ ਸਕਰੀਨਸ਼ਾਟ ਲਏ ਆ, ਮੈਂ ਤੁਹਾਨੂੰ ਦੇ ਦੇਣਾ, ਤੁਸੀਂ ਵੀ ਦਿਖਾ ਦਿਓ। ਉਹਨੂੰ ਛੱਡ ਦਿਓ। ਸ਼ੁੱਕਰਵਾਰ ਟੱਪਿਆ, ਅੱਗੇ ਸੈਟਰਡੇ ਆ ਗਿਆ। ਸੈਟਰਡੇ ਦੋਨੋਂ ਬਾਪ ਬੇਟਾ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਹੈਗੇ ਆ ਉਹ ਅਗਵਾਨ ਪਿੰਡ ਦੇ ਵਿੱਚ ਜਾਂਦੇ ਆ, ਉੱਥੇ 400-500-300 ਬੰਦੇ ਦਾ ਇਕੱਠ ਕਰਦੇ ਆ। ਕੋਈ ਕਾਲਾ ਵਾਲੀ ਪਿੰਡ ਆ, ਉੱਥੇ ਵੀ 200-300 ਬੰਦੇ ਦਾ ਇਕੱਠ ਕਰਦੇ ਆ। ਇਹਨਾਂ ਦੇ ਫਰਜ਼ੰਦ ਉਦੇਵੀਰ ਸਿੰਘ ਰੰਧਾਵਾ ਸਟੇਡੀਅਮ ਦੇ ਵਿੱਚ ਨੌਜਵਾਨਾਂ ਨੂੰ, ਕਈ ਪਿੰਡਾਂ ਦੇ ਨੂੰ ਇਕੱਠੇ ਕਰਕੇ ਤੇ ਉਹ ਕਿੱਟਾਂ ਵੰਡ ਰਹੇ ਆ। ਚਲੋ ਹੁਣ ਰੋਕ ਤਾਂ ਉਹਨਾਂ ਤੇ ਵੀ ਲੱਗ ਗਈ ਨਾ। ਮੈਂ ਇਹ ਸਮਝਣਾ ਚਾਹੁੰਦਾ ਇਸ ਰੋਕ ਨਾਲ ਤੁਸੀਂ ਮੰਨਦੇ ਹੋ ਕਿ ਠੀਕ ਕੰਮ ਕੀਤਾ ਕਿ ਨਹੀਂ ਕੀਤਾ? ਮੈਂ ਬੇਨਤੀ ਇਹ ਕਰਾਂ ਕਿ ਜਿਹੜੀਆਂ ਟਿੱਪਣੀਆਂ ਕੈਪਟਨ ਸਾਹਿਬ ਨੇ ਕੀਤੀਆਂ ਉਹ ਉਸ ਗੱਲ ਤੋਂ ਔਖੇ ਹੋ ਕੇ ਕੀਤੀਆਂ ਜਦੋਂ ਪੰਜਾਬ ਦੇ ਲੋਕ ਕੈਪਟਨ ਸਾਹਿਬ ਤੋਂ ਹਿਸਾਬ ਮੰਗਣ ਲਈ ਜਿਹੜੀਆਂ ਸਾਡੀਆਂ ਰੈਲੀਆਂ ਦੇ ਵਿੱਚ ਸ਼ਮੂਲੀਅਤ ਕਰਨ ਲੱਗੇ ਆ। ਅੱਜ ਕੈਪਟਨ ਸਾਹਿਬ ਤੋਂ ਜਿਹੜਾ ਉਹ ਵੱਡਾ ਇਹਨਾਂ ਨੇ ਮੈਨੀਫੈਸਟੋ ਦਿੱਤਾ ਸੀ ਨਾ, ਆਹ ਜਿਹੜਾ ਫੋਟੋ ਵਾਲਾ ਮੈਨੀਫੈਸਟੋ ਸੀ, ਇਹਦਾ ਹਿਸਾਬ ਮੰਗਣ ਲਈ ਪੰਜਾਬ ਦੇ ਵਿੱਚੋਂ ਕੋਨੇ-ਕੋਨੇ ਚੋਂ ਲੋਕ ਘਰਾਂ 'ਚ ਉੱਠ ਕੇ ਗਲੀਆਂ 'ਚ ਆ ਗਏ ਆ। ਇਸ ਕਰਕੇ ਤੁਹਾਨੂੰ ਲੱਗਦਾ ਕਿ ਸਿਆਸੀ ਰੈਲੀਆਂ ਤੇ ਰੋਕ ਲਾ ਰਹੇ ਨੇ? ਇਸ ਚੀਜ਼ ਤੋਂ ਘਬਰਾ ਕੇ ਰੈਲੀਆਂ ਤੇ ਉੱਤੇ ਰੋਕ ਲਾ ਰਹੇ ਆ, ਵਰਨਾ ਹੋਰ ਜਿਹੜੇ ਬਾਕੀ ਦੇ ਫੰਕਸ਼ਨ ਹੈ ਠੇਕੇ ਕਿਉਂ ਨਹੀਂ ਬੰਦ ਕਰਦੇ? ਆਪਾਂ ਸ਼ੁਰੂ ਆਪਣੇ ਘਰ ਤੋਂ ਹੀ ਨਾ ਕਿਉਂ ਸੈਦ ਸਾਹਿਬ, ਸ਼ੁਰੂ ਆਪਾਂ ਆਪਣੇ ਘਰ ਤੋਂ ਕਿਉਂ ਨਹੀਂ ਕੀਤਾ? ਤੁਸੀਂ ਆਪਣੀਆਂ ਪੋਲੀਟੀਕਲ ਗਤੀਵਿਧੀਆਂ ਤੇ ਰੋਕ ਕਿਉਂ ਨਹੀਂ ਲਾਈ? ਪਹਿਲਾਂ ਤੁਸੀਂ ਆਪਣੇ ਘਰ ਤੋਂ ਸ਼ੁਰੂ ਕਰਦੇ ਤਾਂ ਤੁਸੀਂ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਨੂੰ ਕਹਿਣ ਜੋਗੇ ਹੁੰਦੇ ਕਿ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਇੱਕ ਸੱਤਾਧਾਰੀ ਧਿਰ ਜਿਹੜੀ ਸਟੇਟ ਤੇ ਰਾਜ ਕਰ ਰਹੀ ਹੈ, ਉਹਦੀ ਆਪਣੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਸੀ। ਹਰਪ੍ਰੀਤ ਜੀ, ਦੇਖੋ ਗੱਲ ਇਹ ਹੈਗੀ ਹੈ ਕਿ ਜਿਹੜੀਆਂ ਹਦਾਇਤਾਂ ਨੇ ਸਾਰਿਆਂ ਤੇ ਲਾਗੂ ਹੁੰਦੀਆਂ ਨੇ, ਸਾਰਿਆਂ ਪੋਲੀਟੀਕਲ ਪਾਰਟੀ ਉਹ ਤਾਂ ਹੁਣ ਹੁੰਦੀਆਂ ਨੇ ਨਾ। ਤੁਸੀਂ ਪਹਿਲਾਂ ਇਹਨਾਂ ਨੂੰ ਪਾਠ ਪੜ੍ਹਾ ਰਹੇ ਹੋ ਕਿ ਇਹਨਾਂ ਨੂੰ ਖੁਦ ਚਾਹੀਦਾ ਸੀਗਾ, ਤੁਹਾਨੂੰ ਖੁਦ ਨਹੀਂ ਚਾਹੀਦਾ। ਜਦੋਂ ਕੇਸਿਸ ਵਧਣੇ ਸ਼ੁਰੂ ਹੋਏ,
ਜਦੋਂ ਇਹ ਇੰਨਾ ਜ਼ਿਆਦਾ ਵਧਣਾ ਸ਼ੁਰੂ ਹੋਇਆ ਸਾਨੂੰ ਇਹ ਜ਼ਰੂਰੀ ਕਰਨਾ ਪਿਆ, ਸਰਕਾਰ ਨੂੰ ਕਰਨਾ ਪੈਂਦਾ ਹੁੰਦਾ ਹੈ। ਲੇਕਿਨ ਤੁਸੀਂ ਹਰ ਗੱਲ ਤੇ ਸਰਕਾਰ ਤੇ ਕਿੰਤੂ ਪ੍ਰੰਤੂ ਕਰਨਾ, ਮੈਨੂੰ ਅਕਾਲੀ ਦਲ ਤੇ ਇਹ ਹੈਰਾਨਗੀ ਹੁੰਦੀ ਹੈਗੀ ਹੈ ਜੀ ਕਿ ਉਹਨਾਂ ਨੂੰ ਲੋਕਾਂ ਦੀ ਜਾਨ ਪਿਆਰੀ ਨਹੀਂ ਹੈਗੀ, ਉਹਨਾਂ ਨੂੰ ਆਪਦੇ ਵਰਕਰਾਂ ਦੀ ਜਾਨ ਪਿਆਰੀ ਨਹੀਂ ਹੈਗੀ। ਉੱਥੇ ਹਜ਼ਾਰਾਂ ਦਾ ਇਕੱਠ ਕਰਦੇ ਨੇ। ਅਜੇ ਜਿਹੜੀਆਂ ਚੋਣਾਂ ਨੇ ਤਾਂ ਜਾ ਕੇ 22 ਦੇ ਵਿੱਚ ਕਿੰਨੇ 10-11 ਮਹੀਨੇ ਅੱਗੇ ਪਈਆਂ ਨੇ, ਅਜੇ ਵੇਟ ਨਹੀਂ ਕਰ ਸਕਦੇ। ਠੀਕ ਹੈ, ਐਡਾ ਕਿੱਡਾ ਕਿ ਉਹਨਾਂ ਨੂੰ ਅੱਜ ਹੀ ਇਹ ਆਇਆ ਕਿ ਅਸੀਂ ਅੱਜ ਹੀ ਰੈਲੀਆਂ ਕਰਨੀਆਂ, ਅੱਜ ਹੀ ਉਮੀਦਵਾਰ ਅਨਾਉਂਸ ਕਰਨੇ ਹੈਗੇ, ਆਪਣੇ ਰੈਲੀਆਂ ਕਰਕੇ ਅਨਾਉਂਸ ਕਰਨੇ ਹੈਗੇ, ਘਰੇ ਬੈਠੇ ਵੀ ਅਨਾਉਂਸ ਕਰ ਸਕਦੇ ਹੈਗੇ। ਮੈਂ ਉਹ ਪੁੱਛ ਰਿਹਾ ਤੁਹਾਨੂੰ ਸਾਨੂੰ ਵੋਟਾਂ ਮਿਲ ਜਾਣੀਆਂ ਨੇ, ਸਵੈਚ ਸਾਹਿਬ, ਤੁਹਾਨੂੰ ਲੋਕਾਂ ਦੀ ਸਿਹਤ ਦਾ ਫਿਕਰ ਹੋ ਰਿਹਾ ਜਾਂ ਤੁਹਾਨੂੰ ਸਿਆਸੀ ਫਿਕਰ ਹੋ ਰਿਹਾ, ਇਹ ਸਮਝਣਾ ਚਾਹ ਰਹੇ ਨੇ ਅਕਾਲੀ ਦਲ ਦੇ ਬੁਲਾਰੇ। ਸਾਨੂੰ ਕੋਈ ਸਿਆਸੀ ਫਿਕਰ ਨਹੀਂ ਹੈਗਾ, ਅਸੀਂ ਅਕਾਲੀ ਦਲ ਕਾਹਦਾ ਫਿਕਰ ਹੈਗਾ? ਅਕਾਲੀ ਦਲ ਤਾਂ 20 ਥਾਂ ਦਾ ਵੰਡਿਆ ਫਿਰਦਾ ਹੈ, 20 ਤਰ੍ਹਾਂ ਦਾ ਅਕਾਲੀ ਦਲ ਨੇ। ਇਹ ਸਾਡਾ ਕਾਂਗਰਸ ਦਾ ਮੁਕਾਬਲਾ ਕਿਵੇਂ ਕਰਨਗੇ? ਚਲੋ ਠੀਕ ਹੈ, ਹੁਣ 1 ਮਿੰਟ ਦੇ ਦਿਓ। ਕੁਝ ਨਹੀਂ ਹੈ ਅਕਾਲੀਆਂ ਕੋਲ। ਹੁਣ ਆਮ ਆਦਮੀ ਪਾਰਟੀ ਦੇ ਰਿਐਕਸ਼ਨ ਵਨੀਤ ਵਰਮਾ ਸਾਹਿਬ, ਕੇਜਰੀਵਾਲ ਸਾਹਿਬ ਦਿੱਲੀ ਦੇ ਵਿੱਚ ਨਾਈਟ ਕਰਫਿਊ ਲਾਉਂਦੇ ਨੇ, ਦਿੱਲੀ ਦੇ ਵਿੱਚ ਹਦਾਇਤਾਂ ਦਾ ਪਾਲਣ ਕਰਨ ਦਾ ਪਾਠ ਪੜਾਉਂਦੇ ਨੇ ਤੇ ਆਪ ਪੰਜਾਬ ਆ ਕੇ ਰੈਲੀਆਂ ਕਰਦੇ ਨੇ, ਹਜ਼ਾਰਾਂ ਦਾ ਇਕੱਠ ਕਰਦੇ ਨੇ। ਜਿਵੇਂ ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਦਿੱਲੀ ਦੇ ਵਿੱਚ ਲੋਕਾਂ ਦੀ ਜਾਨ ਜ਼ਿਆਦਾ ਪਿਆਰੀ ਹੈ, ਪੰਜਾਬੀਆਂ ਦੀ ਜਾਨ ਪਿਆਰੀ ਨਹੀਂ। ਦੇਖੋ, ਇਹਦੇ ਵਿੱਚ ਰੈਲੀਆਂ ਕਰਨਾ ਇੱਕ ਪੋਲੀਟੀਕਲ ਪਾਰਟੀ ਦਾ ਅਧਿਕਾਰ ਹੈ। ਪਹਿਲੀ ਗੱਲ, ਮੈਂ ਕਾਂਗਰਸ ਦੇ ਬੁਲਾਰੇ ਸਾਡੇ ਸਵੈ ਸਾਹਿਬ ਤੋਂ ਇਹ ਪੁੱਛਣਾ ਚਾਹੁੰਦਾ ਵੀ ਸਿਰਫ ਐਂਡ ਸਿਰਫ ਜਦੋਂ ਕਰੋਨਾ ਇਹਨਾਂ ਲਈ ਫਿੱਟ ਹੋਵੇ ਤਾਂ ਉਹ ਆਪਣੇ ਹਿਸਾਬ ਨਾਲ ਇਹ ਪੂਰੀ ਸਟੇਟ ਨੂੰ ਚਲਾ ਸਕਦੇ ਆ। ਜਦੋਂ ਇਹਨਾਂ ਨੂੰ ਲੱਗਦਾ ਵੀ ਆਪੋਜੀਸ਼ਨ ਦੇ ਜਿਹੜੇ ਮੁੱਦੇ ਨੇ ਜਾਂ ਲੋਕਾਂ ਦੇ ਜਿਹੜੇ ਮੁੱਦੇ ਨੇ ਵੀ ਉਹਨਾਂ ਦੇ ਸਾਡੇ ਕੋਲ ਆਨਸਰ ਨਹੀਂ, ਫਿਰ ਇਹ ਕਰੋਨਾ ਇਹਨਾਂ ਦਾ ਪਾਲਤੂ ਜਿਹੜਾ ਰੱਖਿਆ ਹੋਇਆ ਉਹ ਆਪੋਜੀਸ਼ਨ ਦੇ ਮਗਰ ਲਾਉਂਦੇ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਅੱਜ ਤੋਂ 2 ਮਹੀਨੇ ਪਹਿਲਾਂ ਫਰਵਰੀ ਦੇ ਵਿੱਚ ਕਾਰਪੋਰੇਸ਼ਨ ਚੋਣਾਂ ਪੂਰੇ ਪੰਜਾਬ 'ਚ ਕਿਹਨੇ ਕਰਾਈਆਂ? ਸਰਕਾਰ ਨੇ ਕਰਾਈਆਂ। ਅਗਰ ਸਰਕਾਰ ਇੰਨੀ ਗੰਭੀਰ ਸੀ, ਇਹਨਾਂ ਨੇ ਪੂਰੇ ਪੰਜਾਬ 'ਚ ਕਰਾਈਆਂ ਕਿਉਂ? ਅੱਛਾ, ਜੇ ਕਰਾਤੀਆਂ, ਮੰਨ ਲਓ ਆਪਣੇ ਚਹੀਤਿਆਂ ਨੂੰ ਤੁਸੀਂ ਐਡਜਸਟ ਕਰਨਾ ਸੀ, ਕਰਤਾ, ਤਾਂ ਅੱਜ 2 ਮਹੀਨੇ ਲੱਗੇ ਤੁਹਾਨੂੰ ਉਹਨਾਂ ਦੀ ਨੋਟੀਫਿਕੇਸ਼ਨ ਜਾਰੀ ਕਰਨ ਨੂੰ, ਉਹਨਾਂ ਨੂੰ ਸਹੁੰ ਚੁਕਾਉਣ 'ਚ। ਜੇ ਐਡੀ ਜ਼ਰੂਰੀ ਨਹੀਂ ਸੀਗੀਆਂ, ਤੁਸੀਂ 2 ਮਹੀਨੇ ਬਾਅਦ ਵੀ ਕਰ ਸਕਦੇ ਸੀ। ਸੋ ਸਭ ਤੋਂ ਪਹਿਲਾਂ ਸਵੈ ਸਾਹਿਬ, ਕਾਂਗਰਸ ਪਾਰਟੀ, ਰੂਲਿੰਗ ਪਾਰਟੀ ਜਿਹੜੀ ਸਰਕਾਰ ਹੁੰਦੀ ਹੈ, ਉਹਦੀ ਜ਼ਿੰਮੇਵਾਰੀ ਬਣਦੀ ਹੈ ਆਪਦਾ ਘਰ ਠੀਕ ਕਰਨਾ, ਆਪ ਐਗਜ਼ਾਮਪਲ ਸੈੱਟ ਕਰਨਾ। ਤੁਹਾਡੇ ਮੰਤਰੀ ਸਾਡੇ ਕੋਲ ਮੋਹਾਲੀ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਹਰ ਮੰਤਰੀ ਦੀਆਂ ਤੁਹਾਡੀਆਂ ਰਿਪੋਰਟਸ ਨੇ, ਉਹ ਕਿਵੇਂ ਉਦਘਾਟਨ ਕਰਦੇ ਔਰ ਕਿਵੇਂ ਉਹਨਾਂ ਨਾਲ ਬੰਦੇ ਚੱਲਦੇ ਨੇ ਔਰ ਕਿਹੜੀ ਸੋਸ਼ਲ ਡਿਸਟੈਂਸਿੰਗ ਉਹ ਰੱਖਦੇ, ਉਹਨੂੰ ਕਿਹੜੇ ਮਾਸਕ ਪਾ ਕੇ ਗੱਲ ਕਰਦੇ ਨੇ। ਤੀਜਾ, ਤੁਹਾਡੇ ਸਵੈ ਸਾਹਿਬ ਮੰਤਰੀ ਜੀ ਦੀ ਇੱਕ ਮੈਂ ਗੱਲ ਦੱਸਾਂ, ਕੇਜਰੀਵਾਲ ਸਾਹਿਬ ਦੇ ਮਾਡਲ ਨੂੰ ਉਦੋਂ ਤੁਹਾਡੇ ਮੰਤਰੀ ਕੁਐਸਚਨ ਕਰਨ ਜਿੱਦਣ ਉਰੇ ਪੰਜਾਬ 'ਚ ਕਰੋਨਾ ਕਾਲ ਸੀਗਾ, ਅੱਜ ਵੀ ਹੈਗਾ। ਤੁਹਾਡੇ ਬਲਵੀਰ ਸਿੰਘ ਮੰਤਰੀ ਜੀ ਘਰ ਦੇ ਮੂਹਰੇ ਬੋਰਡ ਲਾ ਕੇ ਬੈਠੇ ਸੀ ਵੀ ਕਰੋਨਾ ਹੈਗਾ ਜੀ, ਮੈਂ ਨਹੀਂ ਮਿਲਣਾ ਚਾਹੁੰਦਾ, ਜਦ ਕਿ ਉਹਨਾਂ ਨੂੰ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਸੀ। ਅਗਰ ਮੁਸੀਬਤ ਸੀਗੀ ਤਾਂ ਹੈਲਥ ਮਿਨਿਸਟਰ ਨੂੰ ਮੂਹਰੇ ਹੋ ਕੇ ਬਾਹ ਫੜਨੀ ਚਾਹੀਦੀ ਸੀ, ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ ਸੀ। ਪਰ ਵਰਮਾ ਸਾਹਿਬ, ਇਹ ਤਾਂ ਜਸਟੀਫਿਕੇਸ਼ਨ ਨਹੀਂ ਹੈ ਨਾ ਕਿ ਕਾਂਗਰਸ ਦੇ ਮੰਤਰੀ ਜਾਂ ਵਿਧਾਇਕ ਇਕੱਠ ਕਰ ਰਹੇ ਨੇ ਤਾਂ ਤੁਸੀਂ ਵੀ ਕਰੋਗੇ। ਦੇਖੋ, ਮੈਂ ਆਪਣੀ ਇੱਕ ਬੇਨਤੀ ਕਰਦਾ, ਇਕੱਠ ਦੀ ਜਿਹੜੀ ਪਰਮਿਸ਼ਨ ਦੀ ਇਹਨਾਂ ਨੇ ਵਿਡਰਾਅ ਕਰੀਆਂ ਨੇ, ਉਹ ਪਰਮਿਸ਼ਨਾਂ ਅੱਜ ਤੋਂ ਹਜੇ ਲਾਗੂ ਹੋਣੀਆਂ ਨੇ। ਉਸ ਤੋਂ ਪਹਿਲਾਂ ਪਰਮਿਸ਼ਨ ਸੀਗੀਆਂ, ਸੋ ਅਸੀਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਿਆ। ਪਰਮਿਸ਼ਨ ਲੈ ਕੇ ਰੈਲੀ ਕੀਤੀ ਸੀ, ਸੋ ਇਹਦੇ ਵਿੱਚ ਗਲਤ ਕੀ ਹੈ? ਅਬ ਜੇ ਤੁਹਾਨੂੰ ਕੋਈ ਦਿੱਕਤ ਸੀ ਤਾਂ ਤੁਸੀਂ ਪਰਮਿਸ਼ਨ ਨਾ ਦਿੰਦੇ, ਸੋ ਉਹਨੂੰ ਗੱਲ ਨੂੰ ਆਪਾਂ ਅੱਜ ਗੱਲ ਨੂੰ ਟਿਲਟ ਕਰੀਏ ਵੀ ਨਹੀਂ ਜੀ ਇਹਨਾਂ ਨੇ ਇਹ ਕਰਿਆ, ਇਸ ਤੋਂ ਪਹਿਲਾਂ ਇਹ ਵੀ ਕਰਦੇ ਰਹੇ ਨੇ। ਠੀਕ ਹੈ। ਰਜਿੰਦਰ ਭੰਡਾਰੀ ਸਾਹਿਬ, ਇਹੀ ਗੱਲ ਮੈਂ ਤੁਹਾਡੇ ਤੋਂ ਵੀ ਪੁੱਛਣਾ ਚਾਹੁੰਦਾ, ਤੁਹਾਡੇ ਤੇ ਵੀ ਸਵਾਲ ਚੁੱਕੇ ਜਾਂਦੇ ਨੇ, ਖਾਸ ਤੌਰ ਤੇ ਕਾਂਗਰਸ ਸਵਾਲ ਚੁੱਕਦੀ ਹੈ ਕਿ ਬੀਜੇਪੀ ਤਾਂ ਬੋਲਣ ਜੋਗੀ ਨਹੀਂ, ਜਿਹੜੀ ਆਪ ਪੱਛਮ ਬੰਗਾਲ ਦੇ ਵਿੱਚ ਦਾਅਵੇ ਕਰਦੀ ਕਿ ਲੱਖਾਂ ਦਾ ਇਕੱਠ ਅਸੀਂ ਕੀਤਾ, ਲੱਖਾਂ ਦੇ ਇਕੱਠ ਦੇ ਵਿੱਚ ਅਸੀਂ ਰੈਲੀਆਂ ਕੀਤੀਆਂ, ਤੁਸੀਂ ਬੋਲਣ ਜੋਗੇ ਨਹੀਂ ਹੋ। ਕਾਂਗਰਸ ਲਗਾਤਾਰ ਇਹ ਕਹਿੰਦੀ ਹੈ ਤੁਹਾਨੂੰ। देखो ऐसा ਉਹਦਾ ਜਵਾਬ ਮੈਂ ਦਊਂਗਾ। ਪਹਿਲਾਂ ਜਿਹੜੀ ਚਰਚਾ ਚੱਲ ਰਹੀ ਹੈ ਮੈਂ ਉੱਤੇ ਜਰਾ ਗੱਲ ਕਰ ਲਵਾਂ। ਪਹਿਲੀ ਗੱਲ ਹੈ ਕਿ ਦੱਸੋ, ਕਰੋਨਾ ਸਿਆਸੀ ਜਦ ਇਕੱਠ ਕਰਦਾ ਕੋਈ ਵੀ ਕਰੇ ਕਿ ਆ ਕਰੋਨਾ ਦੇ ਰੂਲ ਉੱਤੇ ਲਾਗੂ ਨਹੀਂ ਹੁੰਦੇ। ਮੈਂ ਬਿਲਕੁਲ ਸਰਕਾਰ ਦੇ ਇਸ ਫੈਸਲੇ ਦੇ ਹੱਕ 'ਚ ਹੈ ਕਿ ਕੋਈ ਇਹੋ ਜਿਹਾ ਇਕੱਠ ਨਹੀਂ ਹੋਣਾ ਚਾਹੀਦਾ ਪੰਜਾਬ 'ਚ, ਦਿੱਲੀ 'ਚ ਵੀ, ਮਹਾਰਾਸ਼ਟਰ 'ਚ ਵੀ, ਜਿੱਥੇ ਪੱਛਮ ਬੰਗਾਲ 'ਚ ਵੀ ਇਸ ਪੱਧਰ ਤੇ ਪਹੁੰਚਿਆ ਹੈ। ਮੈਂ ਸੁਣੋ ਮੇਰੀ ਗੱਲ, ਮੈਂ ਟੋਕਿਓ ਨਾ। ਜੇ ਮੇਰੀ ਗੱਲ ਨਹੀਂ ਨਾ ਹਰਦੀਪ ਜੀ ਪੂਰੀ ਹੋਊਗੀ ਤੇ ਮੇਰੀ ਗੱਲ ਕਹਿਣ ਦਾ ਕੋਈ ਮਤਲਬ ਨਹੀਂ। ਜੀ ਬੋਲੋ। ਪਰ ਪੰਜਾਬ ਸਰਕਾਰ ਆਪਣੀ ਕ੍ਰੈਡੀਬਿਲਿਟੀ ਲੂਜ਼ ਕਰ ਚੁੱਕੀ ਹੈ। ਉਹ ਤਾਂ ਸਿਆਸਤ ਆਪ ਕਰ ਰਹੀ ਹੈ, ਹਰ ਗੱਲ 'ਚ ਸਿਆਸਤ ਕਰ ਰਹੀ ਹੈ। ਕਿਸਾਨਾਂ ਦੇ ਧਰਨੇ ਹੋਣ ਤੇ ਕਿਸਾਨਾਂ ਨੂੰ ਰੋਕਣਾ ਨਹੀਂ, ਹੌਸਲੇ ਕਰੋਨਾ ਨਹੀਂ ਉਹਨਾਂ ਨਜ਼ਰ ਆਉਂਦਾ। ਫਿਰ ਮੈਨੂੰ ਦੱਸੋ ਕਿ ਇਹਨਾਂ ਦੀ ਕ੍ਰੈਡੀਬਿਲਿਟੀ ਸਾਫ਼ ਕੀ ਹੈ? ਮੁਖਤਿਆਰ ਅੰਸਾਰੀ ਨੂੰ ਇਹਨਾਂ ਨੇ 2 ਸਾਲ ਤੋਂ ਥੱਲੇ ਇੱਥੇ ਰੱਖਿਆ ਤੇ 2 ਸਾਲ ਤੋਂ ਉੱਤੇ, ਤੇ ਸੁਪਰੀਮ ਕੋਰਟ ਦੇ ਆਰਡਰ ਨਾਲ ਚੱਲਦੇ, ਇਹ ਤਾਂ ਇਹਨਾਂ ਦੀ ਕ੍ਰੈਡੀਬਿਲਿਟੀ ਹੈ। ਅੱਗੇ ਚੱਲੋ, ਜੇ ਤਾਂ ਐਮਐਲਏ ਜਾਣ ਕਾਂਗਰਸ ਦੇ ਜਾਂ ਸੁਖਵੀਰ ਹੋਣੀ ਜਾਣ ਜਾਂ ਹੋਰ ਜਾਣ, ਉਹ ਤਾਂ ਕਿਸਾਨ ਮਗਰ ਲਵਾ ਦੇਣਗੇ, ਉਹਨਾਂ ਨੂੰ ਨੰਗੇ ਕਰ ਦੇਣਗੇ, ਉਹਨਾਂ ਦੇ ਕੱਪੜੇ ਲਵਾ ਲੈਣਗੇ। ਜੇ ਸਾਡੇ ਅਧਿਆਪਕ ਇਹਨਾਂ ਦੇ ਘਰ ਦੇ ਸਾਹਮਣੇ
ਕਰਦੇ ਆ, ਧਰਨਾ ਦਿੰਦੇ ਆ ਪੀਸਫੁਲ, ਉਹਨਾਂ ਨੂੰ ਘਸੀਟ ਕੇ ਜਾਣਗੇ। ਕਿਆ ਇਹ ਕ੍ਰੈਡੀਬਿਲਿਟੀ ਹੈ ਗਵਰਨਮੈਂਟ ਦੀ? ਇਹ ਤਾਂ ਕੁੱਤੀ ਜਿਹੜੀ ਹੈ ਚੋਰਾਂ ਨਾਲ ਮਿਲੀ ਹੋਈ ਹੈ। ਸਾਰੀ ਪੁਲਿਸ ਡਿਫੰਕਟ ਕਰਤੀ, ਸਾਰਾ ਸਿਸਟਮ ਡਿਫੰਕਟ ਕਰਤਾ, ਹੈਲਥ ਸਿਸਟਮ ਜੀਓ ਕਰਤਾ। ਐਕਸ਼ਨ ਸਪੀਕ ਲਾਊਡਰ ਦੈਨ ਵਰਡਸ। ਆਪਣੇ ਐਕਸ਼ਨ ਤੋਂ ਸ਼ੋ ਕਰੋ ਕਾਂਗਰਸ ਗਵਰਨਮੈਂਟ। ਠੀਕ ਹੈ ਭੰਡਾਰੀ ਸਾਹਿਬ ਹੁਣ ਉਹਨਾਂ ਦਾ ਵੀ ਜਵਾਬ ਦਿਓ ਨਾ। ਹੁਣ ਤੁਹਾਡੀ ਸੁਣ ਲਈ, ਹੁਣ ਉਹਨਾਂ ਦਾ ਵੀ ਜਵਾਬ ਦਿਓ। ਤੁਸੀਂ ਜਿਹੜੀ ਸਰਕਾਰ ਨੂੰ ਕਹਿ ਰਹੇ ਹੋ ਕਿ ਤੁਸੀਂ ਐਕਸ਼ਨ ਲਓ, ਤੁਸੀਂ ਇਹ ਕਰੋ, ਸਾਰਿਆਂ ਲਈ ਬਰਾਬਰ ਹੋਣੇ ਚਾਹੀਦੇ, ਤੁਸੀਂ ਪ੍ਰੋੜਤਾ ਕਰਦੇ ਹੋ, ਤੇ ਪੱਛਮ ਬੰਗਾਲ ਦੇ ਵਿੱਚ ਕੀ ਕਰੋਨਾ ਨਹੀਂ ਸੀਗਾ? ਜਿੱਥੇ ਇਲੈਕਸ਼ਨ ਹੁੰਦੀ ਹੈ ਉੱਥੇ ਕਰੋਨਾ ਨਹੀਂ ਹੁੰਦਾ? ਉਹਦਾ ਜਵਾਬ ਦੇਣਾ ਹੁਣ ਦੇਣਾ। ਹਾਂ ਦਿਓ ਹੁਣ ਦੇਣਾ। ਮੈਨੂੰ ਦੱਸੋ ਪੱਛਮ ਬੰਗਾਲ ਦਾ, ਅਸਾਮ ਦਾ, ਗੋਆ ਦਾ, ਕੇਰਲਾ ਦਾ ਚੁਣਾਵ ਅਸੀਂ ਰੱਖਿਆ? ਤੇ ਰੈਲੀਆਂ ਕਿਹਨੇ ਕੀਤੀਆਂ ਭੰਡਾਰੀ ਸਾਹਿਬ? ਰੈਲੀਆਂ ਕਿਹਨੇ ਕੀਤੀਆਂ? ਨਹੀਂ ਪਹਿਲਾਂ ਜਵਾਬ ਦਿਓ, ਕਿਹਨੇ ਚੁਣਾਵ ਰੱਖਿਆ? ਇਲੈਕਸ਼ਨ ਕਮਿਸ਼ਨ ਕਿਹਨੇ ਰੱਖਿਆ? ਭੰਡਾਰੀ ਸਾਹਿਬ ਬੜੀ ਹਾਸੋਹੀਣੀ ਚ ਗੱਲ ਨਹੀਂ ਲੱਗ ਰਹੀ ਹੈ, ਬੜੀ ਹਾਸੋਹੀਣੀ ਚ ਗੱਲ ਨਹੀਂ ਲੱਗ ਰਹੀ ਕਿ ਇਲੈਕਸ਼ਨ ਤੁਸੀਂ ਇਲੈਕਸ਼ਨ ਕਮਿਸ਼ਨ ਤੇ ਸਵਾਲ ਚੁੱਕ ਰਹੇ ਹੋ। ਇਲੈਕਸ਼ਨ ਕਮਿਸ਼ਨ ਠੀਕ ਨਹੀਂ ਹੈ ਨਾ? ਸਰਕਾਰ ਨੂੰ ਪੁੱਛੇ ਬਿਨਾਂ ਇਲੈਕਸ਼ਨ ਡਿਕਲੇਅਰ ਕਰ ਦੀ। ਇੱਕ ਮਿੰਟ, ਜਦੋਂ ਇੱਕ ਭੰਡਾਰੀ ਸਾਹਿਬ ਇੱਕ ਮਿੰਟ ਤਾਂ ਦਿਓ, ਹੁਣ ਸਵਾਲ ਤਾਂ ਲਓ ਨਾ ਕਿ ਐਡੀ ਮਹਾਮਾਰੀ ਫੈਲੀ ਹੋਵੇ, ਇਲੈਕਸ਼ਨ ਕਮਿਸ਼ਨ ਸਰਕਾਰ ਨਾਲ ਰਾਏ ਕਰੇ ਬਿਨਾ ਚੋਣਾਂ ਰੱਖ ਦੇਗਾ? ਕੋਰੋਨਾ ਫੈਲਿਆ ਹੋਇਆ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਮਰ ਰਹੇ ਨੇ, ਤੇ ਇਲੈਕਸ਼ਨ ਕਮਿਸ਼ਨ ਬਿਨਾਂ ਰਾਏ ਕੀਤਿਆਂ ਇੰਨੇ ਕੋਰੋਨਾ ਕਾਲ ਦੇ ਵਿੱਚ ਇਲੈਕਸ਼ਨ ਰੱਖ ਰਿਹਾ, ਤੇ ਤੁਸੀਂ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ। ਤੁਸੀਂ ਮੈਨੂੰ ਦੱਸੋ, ਪੰਜਾਬ ਸਰਕਾਰ ਨੇ ਮਿਊਨਿਸਪਲ ਕਾਰਪੋਰੇਸ਼ਨ ਇਲੈਕਸ਼ਨ ਕਿਉਂ ਰੱਖ ਲਏ? ਮੈਂ ਉਹੀ ਕਹਿ ਰਿਹਾ ਨਾ, ਮੈਂ ਤਾਂ ਸਵਾਲ ਚੁੱਕ ਰਿਹਾ ਸਰਕਾਰ ਤੇ, ਸਵਾਲ ਚੁੱਕ ਰਿਹਾ ਕਿ ਕਾਰਪੋਰੇਸ਼ਨ ਇਲੈਕਸ਼ਨ ਕਿਉਂ ਰੱਖੀਆਂ। ਭੰਡਾਰੀ ਸਾਹਿਬ ਤੁਸੀਂ ਜਾ ਕੇ ਉੱਥੇ ਲੱਖਾਂ ਦੀਆਂ ਰੈਲੀਆਂ ਕਰਦੇ ਹੋ ਤਾਂ ਉੱਥੇ ਕਰੋਨਾ ਨਹੀਂ ਹੈ, ਇੱਥੇ ਪੰਜਾਬ ਦੇ ਵਿੱਚ ਕਰੋਨਾ ਹੈਗਾ। ਇੱਥੇ ਕਹਿੰਦੇ ਹੋ ਕਿ ਸਿਆਸੀ ਰੈਲੀਆਂ ਨਹੀਂ ਹੋਣੀਆਂ ਚਾਹੀਦੀਆਂ। ਨਹੀਂ, ਮੇਰਾ ਜਵਾਬ ਤਾਂ ਲਓ ਨਾ ਸਰ। ਉੱਥੇ ਇਲੈਕਸ਼ਨ ਅਸੀਂ ਨਹੀਂ ਰੱਖੇ, ਕੇਂਦਰ ਸਰਕਾਰ ਨੇ ਨਹੀਂ ਰੱਖੇ, ਇਲੈਕਸ਼ਨ ਕਮਿਸ਼ਨ ਨੇ ਰੱਖੇ। ਉਹਦੇ ਨਹੀਂ ਸਟੇਟ ਗਵਰਨਮੈਂਟਾਂ ਨੇ ਕੰਸਲਟ ਕਰਕੇ ਰੱਖੇ ਆ। ਜੇ ਉੱਥੇ ਕਾਂਗਰਸ ਰੈਲੀ ਕਰ ਸਕਦੀ ਆ, ਉੱਥੇ ਸੀਪੀਐਮ ਰੈਲੀ ਕਰ ਸਕਦੀ ਆ, ਉੱਥੇ ਟੀਐਮਸੀ ਰੈਲੀ ਕਰ ਸਕਦੀ ਆ, ਉੱਥੇ ਜਾ ਕੇ ਕਿਸਾਨ ਰੈਲੀਆਂ ਕਰ ਸਕਦੇ ਆ, ਉਹਨਾਂ ਤੇ ਸਵਾਲ ਨਹੀਂ ਬੀਜੇਪੀ ਦੇ। ਭੰਡਾਰੀ ਸਾਹਿਬ ਫਿਰ ਤੁਹਾਨੂੰ ਇਹ ਗੱਲ, ਫਿਰ ਤੁਹਾਡੇ ਕੋਲ ਹੱਕ ਨਹੀਂ ਹੈ ਪੰਜਾਬ ਦੇ ਵਿੱਚ ਤੁਸੀਂ ਇਹ ਕਹਿ ਸਕੋ ਕਿ ਕੋਈ ਪਾਰਟੀ ਰੈਲੀ ਨਾ ਕਰੇ। ਫਿਰ ਤੁਹਾਡੇ ਕੋਲ ਵੀ ਹੱਕ ਨਹੀਂ ਹੈ ਨਾ ਇਸ ਗੱਲ ਦਾ। ਤੁਹਾਡੇ ਕੋਲ ਕੀ ਹੱਕ ਹੈ ਫਿਰ? ਤੁਸੀਂ ਪੱਛਮ ਬੰਗਾਲ 'ਚ ਜਾ ਕੇ ਰੈਲੀਆਂ ਕਰੋ, ਪੰਜਾਬ 'ਚ ਤੁਸੀਂ ਕਹੋ ਕਿ ਪੋਲੀਟੀਕਲ ਪਾਰਟੀਆਂ ਰੈਲੀਆਂ ਕਰਨ। ਪੰਜਾਬ ਦੇ ਵਿੱਚ ਕਰੋਨਾ ਤੇ ਪੱਛਮ ਬੰਗਾਲ 'ਚ ਕਰੋਨਾ ਨਹੀਂ ਹੈਗਾ। ਕਮਾਲ ਹੋ ਗਈ ਜੀ। ਇੱਕ ਮਿੰਟ ਦਿਓ ਹੁਣ ਮੈਨੂੰ ਬਾਕੀ ਪੋਲੀਟੀਕਲ ਪਾਰਟੀਆਂ ਰਿਐਕਸ਼ਨ ਲੈ ਲੈਣ ਦੋ ਨਾ। ਭੰਡਾਰੀ ਸਾਹਿਬ ਇੱਕ ਮਿੰਟ ਰੁਕੋ, ਜਵਾਬ ਦੇਣਾ ਨਾ, ਲਓ ਜਵਾਬ। ਇੱਕ ਮਿੰਟ ਰੁਕੋ, ਜਵਾਬ ਤੁਹਾਡਾ ਮੈਂ ਸੁਣ ਲਿਆ। ਸਵੈਤ ਸਾਹਿਬ ਤੋਂ ਇੱਕ ਮਿੰਟ ਲੈ ਲਾ, ਸਵੈਤ ਸਾਹਿਬ ਤੋਂ ਲੈ ਲਾ। ਸਵੈਤ ਸਾਹਿਬ, ਪੰਜਾਬ ਸਰਕਾਰ ਆਪਣੀ ਕ੍ਰੈਡੀਬਿਲਿਟੀ ਗਵਾ ਚੁੱਕੀ ਹੈ, ਕ੍ਰੈਡੀਬਿਲਿਟੀ ਗਵਾ ਚੁੱਕੀ ਹੈ। ਹਰਦੀਪ ਜੀ, ਉੱਥੇ ਚੁਣਾਵ ਹੈ, ਪੰਜਾਬ 'ਚ ਚੁਣਾਵ ਨਹੀਂ ਹੈ। ਅੱਛਾ, ਤੇ ਇਹਦਾ ਮਤਲਬ ਲੋਕਾਂ ਦੀ ਜ਼ਿੰਦਗੀ ਚੋਣਾਂ ਤੋਂ ਵੱਧ ਹੈ ਤੁਹਾਡੇ ਲਈ? ਜੇ ਚੋਣਾਂ ਨੇ ਤਾਂ ਕਰੋਨਾ ਨਾਲ ਬੰਦੇ ਮਰ ਜਾਣ, ਕੋਈ ਗੱਲ ਨਹੀਂ। ਮੈਂ ਉਹੀ ਕਰਨਾ। ਇੱਕ ਮਿੰਟ ਰੁਕੋ ਨਾ। ਉਹ ਭੰਡਾਰੀ ਸਾਹਿਬ ਇੱਕ ਮਿੰਟ ਰੁਕੋ। ਸਵੈਤ ਸਾਹਿਬ ਜਵਾਬ ਦਿਓ ਸਵੈਤ ਸਾਹਿਬ। ਕ੍ਰੈਡੀਬਿਲਿਟੀ ਤੁਸੀਂ ਗਵਾ ਚੁੱਕੇ ਹੋ, ਪੰਜਾਬ ਸਰਕਾਰ ਗਵਾ ਚੁੱਕੀ ਹੈ ਕ੍ਰੈਡੀਬਿਲਿਟੀ, ਇਸ ਕਰਕੇ ਹੁਣ ਤੁਸੀਂ ਭੱਜ ਰਹੇ ਹੋ। ਆਪ ਬੋਲ ਰਹੇ ਨੇ, ਹੁਣੇ ਤੁਹਾਡੇ ਸਾਹਮਣੇ ਬੋਲ ਰਹੇ ਨੇ। ਅੰਸਾਰੀ ਨੂੰ ਤੁਸੀਂ ਰੱਖਿਆ, ਕਿਸਾਨਾਂ ਨੂੰ ਤੁਸੀਂ ਰੋਕਦੇ ਨਹੀਂ, ਉਹ ਰੈਲੀਆਂ ਕਰਦੇ ਨੇ, ਉਹ ਧਰਨੇ ਕਰਦੇ ਨੇ, ਟੀਚਰ ਤੁਹਾਨੂੰ ਨਜ਼ਰ ਆ ਜਾਂਦੇ ਨੇ, ਪੋਲੀਟੀਕਲ ਪਾਰਟੀਆਂ ਤੁਹਾਨੂੰ ਨਜ਼ਰ ਆ ਜਾਂਦੀਆਂ ਨੇ, ਇਸ ਕਰਕੇ ਤੁਸੀਂ ਆਪਣੀ ਆਧਾਰ ਖੋ ਚੁੱਕੇ ਹੋ। ਹਰਪ੍ਰੀਤ ਜੀ, ਪਹਿਲੀ ਗੱਲ ਤਾਂ ਜਿਹੜੀਆਂ ਮਿਊਨਿਸਪੈਲਿਟੀ ਦੀਆਂ ਇਲੈਕਸ਼ਨਸ ਹੋਈਆਂ ਨੇ ਇਹ ਓਵਰਡਿਊ ਸੀਗੀਆਂ। ਕਨਸਟੀਟਿਊਸ਼ਨਲ ਰਿਕੁਆਇਰਮੈਂਟ ਹੈਗੀ ਹੈ, ਸੰਵਿਧਾਨਕ ਮਜਬੂਰੀ ਹੁੰਦੀ ਹੈ, ਉਹ ਜ਼ਰੂਰੀ ਕਰਨੀਆਂ ਪੈਣੀਆਂ ਸੀਗੀਆਂ। ਉਹਦੇ 'ਚ ਕੋਈ ਸਾਡੇ ਸਰਕਾਰ ਦੀ ਜਿਹੜੀ ਹੈਗੀ ਆਪਸ਼ਨ ਨਹੀਂ ਸੀ। ਕਿਸਾਨਾਂ ਦਾ ਸੰਘਰਸ਼ ਕਿੰਨੀ ਦੇਰ ਤੋਂ ਚੱਲ ਰਿਹਾ ਤੇ ਉਹ ਦਿੱਲੀ ਬੈਠੇ ਨੇ ਉੱਥੇ। ਉਹ ਸੰਘਰਸ਼ ਦੇ ਵਿੱਚ ਅਸੀਂ ਕੋਈ ਜਿਹੜੀ ਹੈਗੀ ਹੈ ਦਖਲਅੰਦਾਜ਼ੀ ਨਹੀਂ ਕਰ ਸਕਦੇ। ਉਹ ਜਿਹੜੀ ਹੈਗੀ ਹੈ ਜ਼ਿੰਦਗੀ ਦੇ ਮੌਤ ਦਾ ਸਵਾਲ, ਉਹਨਾਂ ਦਾ ਕਰੋਨੇ ਤੋਂ ਵੱਡੀ ਬਿਮਾਰੀ ਜਿਹੜੀ ਕੇਂਦਰ ਸਰਕਾਰ ਨੇ ਸਾਡੇ ਗਲ 3 ਕਾਲੇ ਕਾਨੂੰਨ ਪਾਏ ਨੇ ਉਹ ਲੜੀ ਜਾ ਰਹੀ ਹੈਗੀ ਹੈ। ਉਹਨੂੰ ਪੰਜਾਬ ਸਰਕਾਰ ਕਿਸੇ ਤਰ੍ਹਾਂ ਰੋਕ ਨਹੀਂ ਸਕਦੀ ਹੈਗੀ। ਅਗਲੀ ਗੱਲ ਜਿਹੜੀ ਹੈਗੀ ਹੈ, ਪੰਜਾਬ ਦੇ ਵਿੱਚ ਜਿੰਨਾ ਅਸੀਂ ਵੱਧ ਤੋਂ ਵੱਧ ਬਿਮਾਰੀ ਨੂੰ ਰੋਕਣ ਵਾਸਤੇ ਕੰਮ ਕਰ ਸਕਦੇ ਹੈਗੇ ਆ, ਉਨਾ ਸਾਨੂੰ ਕਰਨਾ ਪੈਣਾ ਹੈ। ਆਪਦੇ ਜਾਤੀ ਤੌਰ ਤੇ ਵੀ, ਸਰਕਾਰ ਦੇ ਲੈਵਲ ਤੇ ਵੀ, ਹਰ ਅਦਾਰੇ ਤੇ ਇੰਸਟੀਟਿਊਸ਼ਨ ਦੇ ਪੋਲੀਟੀਕਲ ਪਾਰਟੀਆਂ ਦੀ ਲੋਕਾਂ ਪ੍ਰਤੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈਗੀ ਹੈ। ਉਹ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਆਪਦੀ ਜ਼ਿੰਮੇਵਾਰੀ ਸਮਝ ਕੇ
ਹਦਾਇਤਾਂ ਦੀ ਜਿਹੜੀ ਹੈਗੀ ਹੈ ਪੂਰੀ ਪਾਲਣਾ ਕਰਨੀ ਚਾਹੀਦੀ ਹੈਗੀ ਹੈ। ਇਸ ਮੁੱਦੇ ਤੇ ਕੋਈ ਦੋ ਰਾਵਾਂ ਨਹੀਂ ਹੋਣੇ ਚਾਹੀਦੀਆਂ। ਸਿਆਸੀ ਲੀਡਰਾਂ ਨੂੰ ਸੈਟ ਸਾਹਿਬ ਜਿਵੇਂ ਭੰਡਾਰੀ ਸਾਹਿਬ ਨੇ ਕਿਹਾ, ਭੰਡਾਰੀ ਸਾਹਿਬ ਨੇ ਕਿਹਾ ਪੱਛਮ ਬੰਗਾਲ ਦੇ ਵਿੱਚ ਰੈਲੀਆਂ, ਪੱਛਮ ਬੰਗਾਲ ਦੇ ਵਿੱਚ ਰੈਲੀਆਂ ਅਸੀਂ ਕਰ ਰਹੇ ਹਾਂ, ਪਰ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਰੱਖੀ ਹੈ, ਅਸੀਂ ਤਾਂ ਨਹੀਂ ਰੱਖੀ। ਜੇ ਕਾਂਗਰਸ ਕਰ ਸਕਦੀ ਹੈ, TMC ਕਰ ਸਕਦੀ ਹੈ, ਤਾਂ ਅਸੀਂ ਕਿਉਂ ਨਹੀਂ ਕਰ ਸਕਦੇ? ਫਿਰ ਤਾਂ ਜਾਇਜ਼ ਹੈ ਗੱਲ ਉਹਨਾਂ ਦੀ ਵੀ। ਦੇਖੋ ਪੱਛਮੀ ਬੰਗਾਲ, ਮੈਨੂੰ ਪੁੱਛ ਰਹੇ ਹੋ ਜੀ? ਹਾਂਜੀ ਹਾਂਜੀ, ਤੁਹਾਨੂੰ ਪੁੱਛ ਰਹੇ। ਪੱਛਮੀ ਬੰਗਾਲ ਦੇ ਵਿੱਚ ਜੇ ਜਾਂ ਬਾਕੀ ਹੋਰ 4-5 ਸਟੇਟਾਂ ਦੇ ਜਿਹੜੇ ਇਲੈਕਸ਼ਨ ਕਰਾਣੇ ਨੇ, ਇਹ ਮੋਦੀ ਸਰਕਾਰ ਨੂੰ ਪੁੱਛੋ ਜਾਂ ਇਲੈਕਸ਼ਨ ਕਮਿਸ਼ਨ ਨੂੰ ਪੁੱਛੋ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਮੋਦੀ ਦੇ ਕਹਿਣ ਤੋਂ ਸਾਹ ਲੈਂਦਾ ਹੈ, ਮੋਦੀ ਦੇ ਕਹਿਣ ਤੋਂ ਪਾਣੀ ਪੀਂਦਾ ਹੈ, ਮੋਦੀ ਦੇ ਕਹਿਣ ਤੋਂ ਖਾਣਾ ਖਾਂਦਾ ਹੈ। ਜੋ ਮੋਦੀ ਸਰਕਾਰ ਕਹਿੰਦੀ ਹੈ ਉਹ ਇਲੈਕਸ਼ਨ ਕਮਿਸ਼ਨ ਕਰਦਾ ਤੇ ਕਰ ਰਿਹਾ ਹੈ। ਇਹ ਹਿੰਦੁਸਤਾਨ ਦੇ ਸੰਵਿਧਾਨਿਕ ਸਿਸਟਮ ਤੇ ਬਹੁਤ ਵੱਡਾ ਜਿਹੜਾ ਹੈਗਾ ਇੱਕ ਨੁਕਸਾਨ ਹੋ ਰਿਹਾ ਹੈ। ਤੇ ਉਹ ਉਹਨਾਂ ਦੇ ਵਿੱਚ ਚਲੋ ਇੱਕ ਮਿੰਟ ਡਾਕਟਰ ਪੈਰਲਲ ਗਰਗ ਸਾਹਿਬ ਨੇ ਸਿਹਤ ਮਾਹਰ ਨੇ। ਗਰਗ ਸਾਹਿਬ ਪਹਿਲੇ ਦਿਨ ਤੋਂ ਹੀ ਇਸ ਚੀਜ਼ ਨੂੰ ਬੜੇ ਨੇੜੇ ਤੋਂ ਦੇਖ ਰਹੇ ਨੇ ਕਿ ਇਹ ਸਰਕਾਰਾਂ ਕਰ ਕੀ ਰਹੀਆਂ ਨੇ ਕਰੋਨਾ ਨੂੰ ਲੈ ਕੇ। ਗਰਗ ਸਾਹਿਬ, ਜੋ ਅੱਜ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਉਹਨਾਂ ਹਦਾਇਤਾਂ ਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਕਿ 30 ਅਪ੍ਰੈਲ ਤੱਕ ਸਾਰੇ ਪੰਜਾਬ ਦੇ ਵਿੱਚ ਨਾਈਟ ਕਰਫਿਊ ਦਾ ਐਲਾਨ, ਪੋਲੀਟੀਕਲ ਜਿਹੜੇ ਇਕੱਠ ਨੇ ਉਹਨਾਂ ਤੇ ਪੂਰੀ ਤਰ੍ਹਾਂ ਪਾਬੰਦੀ, ਸਕੂਲ ਕਾਲਜ ਪਹਿਲੇ ਹੀ ਬੰਦ ਨੇ? ਦੇਖੋ ਹਰਪ੍ਰੀਤ ਜੀ, ਤੁਸੀਂ ਹਰਸ਼ਵਰਧਨ ਜੀ ਦਾ ਬਿਆਨ ਸੁਣ ਲਿਆ, ਤੁਸੀਂ ਭੰਡਾਰੀ ਸਾਹਿਬ ਦਾ ਸੁਣ ਲਿਆ, ਸਵੈਜ ਸਾਹਿਬ ਦਾ ਸੁਣ ਲਿਆ, ਬਰਾੜ ਸਾਹਿਬ ਦਾ ਸੁਣ ਲਿਆ, ਤੇ ਆਪ ਆਮ ਆਦਮੀ ਪਾਰਟੀ ਵਾਲਿਆਂ ਦਾ ਵੀ ਸੁਣ ਲਿਆ। ਅਸਲ 'ਚ ਕੀ ਕਰਦੇ ਨੇ, ਇੱਕ ਦੂਜੇ ਨੂੰ ਬਲੇਮ ਕਰ ਰਹੇ ਨੇ। ਕਰੋਨਾ ਨੂੰ ਇੱਕ ਹਥਿਆਰ ਬਣਾਇਆ ਹੋਇਆ, ਕੇਂਦਰ ਨੇ ਵੀ ਬਣਾਇਆ, ਪੰਜਾਬ ਨੇ ਵੀ ਬਣਾਇਆ। ਉਹ ਹਥਿਆਰ ਬਣਾ ਕੇ ਲੋਕਾਂ ਦੇ ਉੱਤੇ ਤਸ਼ੱਦਦ ਕਰਨ ਦਾ ਉਹ ਹਥਿਆਰ ਹੈ। ਜਿਹੜੇ ਲੋਕ ਵੀ ਕੋਈ ਆਪਦੇ ਹੱਕਾਂ ਵਾਸਤੇ ਬੋਲਦੇ ਨੇ, ਉੱਥੇ ਤੁਸੀਂ ਕਹਿ ਦਿਓ ਤੁਸੀਂ ਕਰੋਨਾ ਦਾ ਪਾਲਣ ਨਹੀਂ ਕਰਿਆ, ਤੁਸੀਂ ਮਨਜ਼ੂਰੀ ਲਓਗੇ, ਤੁਸੀਂ ਟੈਂਟ ਵਾਲੇ ਨੂੰ ਵੀ ਤੁਸੀਂ ਸਜ਼ਾ ਦੇ ਦੋਗੇ ਜੇ ਕੋਈ ਟੈਂਟ ਦੇਏਗਾ। ਇਹ ਸਾਰੀਆਂ ਗੱਲਾਂ ਆਪਾਂ ਜੇ ਡਾਕੂਮੈਂਟਰੀ ਦੇਖੀਏ, ਜੇ ਹਰਸ਼ਵਰਧਨ ਜੀ ਇਹ ਕਹਿੰਦੇ ਨੇ ਕਿਸਾਨਾਂ ਦੇ ਕਾਰਨ ਕਰੋਨਾ ਫੈਲਿਆ ਪੰਜਾਬ 'ਚ, ਜੀ ਜੀ, ਹਰਸ਼ਵਰਧਨ ਜੀ ਨੂੰ ਪੁੱਛੋ, ਹੈਲਥ ਮਿਨਿਸਟਰ ਨੇ ਉਹ ਯੂਨੀਅਨ ਦੇ, ਉਹਨਾਂ ਨੂੰ ਇਹੋ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਤੱਥਾਂ ਤੋਂ ਬਿਨਾਂ। ਜਦ ਇਹ ਕਿਸਾਨੀ ਘੋਲ ਨਹੀਂ ਸੀ, ਉਦੋਂ ਪੰਜਾਬ ਦੇ ਵਿੱਚ ਕਿੰਨੇ ਕੇਸ ਸੀਗੇ, ਉਦੋਂ ਕਿਹਨੇ ਫੜਾਇਆ ਸੀ, ਉਦੋਂ ਮੌਤਾਂ ਕਿੰਨੀਆਂ ਹੁੰਦੀਆਂ ਸੀ। ਦੂਜਾ, ਉਹ ਕਹਿੰਦੇ ਨੇ ਪੰਜਾਬ 'ਚ ਫੈਲਿਆ ਹੈ। ਹਰਸ਼ਵਰਧਨ ਜੀ ਦੇ ਰੋਜ਼ ਆਪਦਾ ਮਹਿਕਮਾ ਅੰਕੜੇ ਜਾਰੀ ਕਰਦਾ ਹੈ। ਹਰਿਆਣੇ 'ਚ, ਹਿਮਾਚਲ 'ਚ, ਜੰਮੂ ਐਂਡ ਕਸ਼ਮੀਰ ਜਿਹੜਾ ਇਹਨਾਂ ਨੇ ਯੂਟੀ ਬਣਾ ਕੇ ਆਪਦੇ ਥੱਲੇ ਲਿਆ ਹੋਇਆ, ਤੇ ਦਿੱਲੀ ਦੇ ਵਿੱਚ ਉੱਥੇ ਪ੍ਰਤੀ ਲੱਖ ਪਾਪੂਲੇਸ਼ਨ ਜਿਹੜੇ ਕੇਸ ਨੇ ਪੰਜਾਬ ਤੋਂ ਜ਼ਿਆਦੇ ਨੇ। ਦਿੱਲੀ 'ਚ ਹੈਗਾ 2700, ਚੰਡੀਗੜ੍ਹ ਦੇ ਵਿੱਚ ਹੈਗਾ 2500 ਕੇਸ ਪਰ ਲੱਖ ਪਾਪੂਲੇਸ਼ਨ। ਚੰਡੀਗੜ੍ਹ ਦਿੱਲੀ ਰਾਜ ਕਰਦੀ ਹੈ ਚੰਡੀਗੜ੍ਹ 'ਚ। ਹਰਿਆਣੇ ਦੇ ਵਿੱਚ 1100 ਹੈ, ਹਿਮਾਚਲ 'ਚ 900 ਹੈ ਨਾ 1000, ਤੇ ਆਪਣਾ JNK ਦੇ ਵਿੱਚ 1100 ਹੈ। ਪੰਜਾਬ ਦੇ ਵਿੱਚ ਪਰ ਲੱਖ ਪਾਪੂਲੇਸ਼ਨ 800 ਕੇਸ ਹੈ। ਪਹਿਲੀ ਗੱਲ ਤਾਂ ਇਹਨਾਂ ਦਾ ਇਹ ਕਹਿਣਾ ਵੀ ਇਹ ਕਿਸਾਨਾਂ ਦੇ ਅੰਦੋਲਨ ਕਰਕੇ ਫੈਲ ਗਿਆ ਜੀ, ਫਲਾਣਾ ਫੈਲ ਗਿਆ ਜੀ, ਇਹ ਤੱਥਾਂ ਤੋਂ ਉਲਟ ਜਾ ਕੇ ਕਹਿੰਦੇ ਨੇ। ਦੂਜੀ ਗੱਲ, ਜਦ ਕਿਸਾਨਾਂ ਦੇ ਅੰਦੋਲਨ ਨੂੰ ਫੋਕਸ ਕਰਦੇ ਨੇ, ਉਦੋਂ ਇਹਨਾਂ ਦਾ ਪੋਲੀਟੀਕਲ ਜਿਹੜਾ ਮੰਤਵ ਹੈ ਉਹ ਵੀ ਸਾਡੇ ਸਾਹਮਣੇ ਆਉਂਦਾ ਹੈ। ਜਦ ਕਿ ਕੇਂਦਰ ਦੇ ਜਿਹੜੇ ਵਜ਼ੀਰ ਹੁੰਦੇ ਨੇ, ਉਹ ਇੱਕ ਪਾਰਟੀ ਦੇ ਤੌਰ ਤੇ ਬਿਹੇਵ ਨਹੀਂ ਕਰਦੇ, ਉਹ ਦੇਸ਼ ਦੇ ਵਜ਼ੀਰ ਹੁੰਦੇ ਨੇ, ਉਹ ਦੇਸ਼ ਦੇ ਹੁਕਮਰਾਨ ਦੇ ਤੌਰ ਤੇ ਗੱਲ ਕਰਦੇ ਨੇ। ਹੁਣ ਮੈਂ ਤੀਜੀ ਗੱਲ ਕਹਾਂਗਾ। ਤੀਜੀ ਗੱਲ ਇਹ ਹੈ ਵੀ ਭੰਡਾਰੀ ਸਾਹਿਬ ਪੜ੍ਹੇ ਲਿਖੇ ਨੇ, ਬਹੁਤ ਸਿਆਣੇ ਨੇ, ਪਰ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਇਲੈਕਸ਼ਨ ਕਮਿਸ਼ਨ ਜਦ ਵੀ ਚਾਹੇ ਸੂਬੇ 'ਚ ਵੀ ਚੋਣ ਕਰਾਉਣੀ ਹੋਵੇ, ਉਹ ਕੇਂਦਰ ਨੇ, ਕਿਉਂਕਿ ਜਿਹੜੇ ਬਲ ਨੇ ਉਹ ਕੇਂਦਰੀ ਬਲ ਆਉਣੇ ਨੇ, ਸੂਬੇ ਨੇ ਕੋਈ ਪ੍ਰਬੰਧ ਨਹੀਂ ਕਰਨਾ ਹੁੰਦਾ। ਸਾਰੀ ਮਸ਼ੀਨਰੀ EC ਦੇ ਅੰਡਰ ਹੁੰਦੀ ਹੈ। ਉਦੋਂ ਸੂਬੇ ਦਾ ਚੀਫ ਸੈਕਟਰੀ ਨਹੀਂ ਕੁਝ ਕਰ ਸਕਦਾ, ਉਹ EC ਦੇ ਅੰਡਰ ਹੁੰਦਾ। EC ਜੋ ਕਹੇਗਾ ਉਹ ਹੋਏਗਾ। ਜੇ ਕਿਸੇ DC, ਸੋ ਇਹ ਲੋਕਾਂ ਨੂੰ ਗੁੰਮਰਾਹ ਤਾਂ ਨਾ ਕਰਨ। 5 ਸੂਬੇ ਚੋਣਾਂ ਇਹਨਾਂ ਦੇ ਬਿਨਾਂ ਪੁੱਛੇ ਕਿਵੇਂ ਹੋ ਸਕਦੀਆਂ ਨੇ? ਅਗਲੀ ਗੱਲ, ਲੋਕਾਂ ਨੇ ਤਾਂ ਬਾਬਰ ਕੇ ਰੌਲਾ ਪਾਇਆ ਵੀ ਬੰਗਾਲ 'ਚ ਇਹਨਾਂ ਨੇ 8 ਫੇਜ਼ 'ਚ ਚੋਣ ਜਾਣ ਕੇ ਕਰਾਈ ਹੈ। ਤੁਸੀਂ 294 ਸੀਟਾਂ ਵਾਸਤੇ 8 ਫੇਜ਼ ਬਣਾਤੇ, ਇਹਦਾ ਮਤਲਬ ਬਾਕੀ ਜਗ੍ਹਾ ਤੇ ਤੁਹਾਨੂੰ ਕੋਈ ਚਿੰਤਾ ਹੀ ਨਹੀਂ ਹੈ। ਸੋ ਇਹੋ ਜਿਹੀਆਂ ਜਦ ਅਸੀਂ ਬਿਲਕੁਲ ਹੀ ਨੈਰੋ ਪੋਲੀਟੀਕਲ, ਮੈਂ ਇਹ ਨਹੀਂ ਕਹਿੰਦਾ ਪੋਲੀਟੀਕਲ ਪਾਰਟੀਆਂ ਨੇ ਪੋਲੀਟਿਕਸ ਤਾਂ ਕਰਨੀ ਹੁੰਦੀ ਹੈ, ਨੈਰੋ ਪੋਲੀਟਿਕਸ 'ਚ ਅਸੀਂ ਜਾ ਰਹੇ ਹਾਂ। ਇਹੀ ਕੁਝ ਪੰਜਾਬ ਕੀ ਕਰ ਰਿਹਾ ਹੈ। ਪੰਜਾਬ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ, ਬਿਲਕੁਲ ਠੀਕ ਕਿਹਾ, ਪੰਜਾਬ 'ਚ ਮੌਤ ਦਰ ਬਹੁਤ ਜ਼ਿਆਦਾ ਹੈ। ਪਰ ਜਿਹੜੇ ਕੇਰਲਾ 'ਚ ਚੋਣ ਹੋ ਰਹੀ ਹੈ, ਜਿੱਥੇ ਭੰਡਾਰੀ ਸਾਹਿਬ ਚੁੱਪ ਨੇ, ਉੱਥੇ 10 ਲੱਖ ਕੇਸ ਹੈ, ਤੇ ਪੰਜਾਬ ਦੇ ਵਿੱਚ ਅਜੇ 2.5 ਲੱਖ ਹੈ। ਉਹ ਕੇਰਲਾ ਦੀ ਚੋਣ ਇਹਨਾਂ ਨੂੰ ਮਨਜ਼ੂਰ ਹੈ। ਉੱਥੇ ਇਹਨਾਂ ਦੀ ਰੈਲੀਆਂ ਮਨਜ਼ੂਰ ਨੇ ਕਿ ਮੌਤਾਂ ਤੇ ਵੀ ਖਿਲਵਾੜ ਹੁੰਦਾ ਹੈ, ਜਾਨਾਂ ਤੇ ਵੀ ਖਿਲਵਾੜ ਹੁੰਦਾ ਹੈ, ਕਿ ਉਹਦੀ ਕੀਮਤੀ ਤੇ ਇਹਦੀ ਕੀਮਤੀ ਨਹੀਂ। ਉਹਦੀ ਕੀਮਤੀ ਜ਼ਿਆਦਾ ਜਿੱਥੇ ਇਲੈਕਸ਼ਨ ਨਹੀਂ, ਜਿੱਥੇ ਇਲੈਕਸ਼ਨ ਹੈ ਉੱਥੇ ਜ਼ਿੰਦਗੀ ਕੀਮਤੀ ਹੈ ਨਹੀਂ। ਹਾਂਜੀ ਗਰਗ ਸਾਹਿਬ, ਮੈਂ ਸਿਰਫ ਬੇਨਤੀ ਇਹ ਕਰਦਾ
ਵੀ ਜਿਹੜੇ ਸਾਡੇ ਸਿਆਸਤਦਾਨ ਨੇ ਆਪਦੀ ਸਿਆਸਤ ਕਰਦੇ ਹੋਏ ਇੰਨੀ ਨਿਵਾਣਾ ਵੱਲ ਨੂੰ ਨਾ ਜਾਣ ਕਿ ਸਿਰਫ ਇੱਕ ਦੂਜੇ ਨੂੰ ਦੋਸ਼ ਦੇਣ ਦੇ ਵਾਸਤੇ ਉਹ ਜਿਵੇਂ ਤੁਸੀਂ ਕਿਹਾ ਵੀ ਲੋਕਾਂ ਦੀ ਜਾਨ ਬਾਰੇ ਲੋਕਾਂ ਹੁਣ ਅੱਜ ਕੀ ਹੈ ਕੈਪਟਨ ਸਾਹਿਬ ਨੇ ਕਹਤਾ ਰਾਤ ਨੂੰ ਪਹਿਲੀ ਗੱਲ ਕੋਈ ਬੰਦਾ ਜਸਟੀਫਾਈ ਕਰੇ ਵੀ ਰਾਤ ਨੂੰ ਚਾਹੇ ਦਿੱਲੀ 'ਚ ਵੀ ਲਾਇਆ ਵੀ ਰਾਤ ਦੇ ਕਰਫਿਊ ਦਾ ਮਤਲਬ ਕੀ ਉਹਦੇ ਨਾਲ ਕਰੋਨਾ ਕਿਵੇਂ ਠੀਕ ਹੋਊਗਾ ਪਹਿਲਾਂ ਤੇ ਇਹ ਦੱਸਣਾ ਦੂਜੀ ਗੱਲ ਕਰਫਿਊ ਲਾਉਣ ਦਾ ਇਹਨਾਂ ਦਾ ਮਤਲਬ ਇਹ ਹੈ ਵੀ ਕਰੋਨਾ ਫੈਲੇ ਨਾ ਪੰਜਾਬ 'ਚ ਸਭ ਤੋਂ ਘੱਟ ਫੈਲ ਰਿਹਾ ਜੇ ਤੁਸੀਂ ਮਾਤਾ ਇਹਦੇ ਉੱਤੇ ਵੈਸ਼ਨੋ ਦੇਵੀ ਦੇ ਉੱਤੇ ਆ ਵੈਸ਼ਨੋ ਦੇਵੀ ਮੈਨੂੰ ਯਾਦ ਨਹੀਂ ਆ ਮਨਸਾ ਦੇਵੀ ਦੇ ਉੱਤੇ 180 ਬੰਦੇ 15 ਮਿੰਟ ਦੇ ਵਿੱਚ ਲੰਘਾ ਸਕਦੇ ਹੋ ਲਗਾਤਾਰ ਚੱਲਣਾ ਹੈ ਨਰਾਤਿਆਂ ਦੇ ਵਿੱਚ ਉੱਥੇ ਕਰੋਨਾ ਨਹੀਂ ਹੈ ਜੇ ਉੱਤਰਾਖੰਡ ਦੇ ਵਿੱਚ ਮਹਾਕੁੰਭ ਹੋਣਾ ਹੈ ਜਿੱਥੇ 5 ਕਰੋੜ ਬੰਦਾ ਆਉਣਾ ਹੈ ਉੱਥੇ ਤੁਸੀਂ ਕਹਿੰਦੇ ਟੈਸਟ ਕਰਾ ਕੇ ਵੀ ਆਉਣ ਦੀ ਲੋੜ ਨਹੀਂ ਸੋ ਮੈਨੂੰ ਐਂ ਲੱਗਦਾ ਹੈ ਵੀ ਸਰਕਾਰਾਂ ਕਰੋਨਾ ਨੂੰ ਇੱਕ ਹਥਿਆਰ ਦੇ ਤੌਰ ਤੇ ਵਰਤਦੀਆਂ ਹੋਈਆਂ ਜਿੱਥੇ ਲੋੜ ਪੈਂਦੀ ਉੱਥੇ ਯੂਜ਼ ਕੀਤਾ ਨਨਕਾਣਾ ਸਾਹਿਬ ਜਾਣ ਨਹੀਂ ਦਿੱਤਾ ਠੀਕ ਹੈ ਨਨਕਾਣਾ ਸਾਹਿਬ ਜਾਣ ਨਹੀਂ ਦਿੱਤਾ ਗਿਆ ਕਿ ਜੀ ਕਰੋਨਾ ਫੈਲੇਗਾ ਸੋ ਉਹ ਇਸ ਨੂੰ ਕਮਨਲ ਲੈਵਲ ਤੇ ਵੀ ਯੂਜ਼ ਕਰੀਆਂ ਠੀਕ ਹੈ ਮੈਂ ਇੱਕ ਮਿੰਟ ਉਹ ਲੋਕਾਂ ਦੇ ਹੱਕਾਂ ਨੂੰ ਵੀ ਖਤਮ ਕਰ ਗਰਗ ਸਾਹਿਬ ਇੱਕ ਮਿੰਟ ਆਇਆ ਇੱਕ ਮਿੰਟ ਬਰਾੜ ਸਾਹਿਬ ਤੋਂ ਲੈ ਫਿਰ ਮੇਰੇ ਰਿਐਕਸ਼ਨ ਹੈ ਬਰਾੜ ਸਾਹਿਬ ਦੋ ਚੀਜ਼ਾਂ ਦਾ ਸਵਾਲਾਂ ਦਾ ਜਵਾਬ ਮੈਂ ਜ਼ਰੂਰ ਚਾਹਨਾ ਪਹਿਲੀ ਗੱਲ ਤਾਂ ਇਹ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਮੌਤ ਦਰ ਕਿਉਂ ਵੱਧਦਾ ਹੈ ਉਹਦਾ ਲੌਜਿਕ ਸਰਕਾਰ ਕੀ ਦਿੰਦੀ ਹੈ ਉਹ ਲੌਜਿਕ ਸੁਣ ਲਿਓ ਸਰਕਾਰ ਇਹ ਕਹਿੰਦੀ ਕਿ ਪੰਜਾਬ ਦੇ ਲੋਕ ਬੜੇ ਅਵੇਸਲੇ ਨੇ ਉਹ ਹਸਪਤਾਲ ਦੇ ਵਿੱਚ ਤਾਂ ਪਹੁੰਚਦੇ ਨੇ ਜਦੋਂ ਸਥਿਤੀ ਬਹੁਤ ਗੰਭੀਰ ਹੋ ਜਾਂਦੀ ਹੈ ਉਦੋਂ ਉਹਨਾਂ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਉਹ ਲਾਸਟ ਸਟੇਜ ਤੇ ਪਹੁੰਚਦੇ ਨੇ ਇਸ ਕਰਕੇ ਪੰਜਾਬ ਦੇ ਵਿੱਚ ਮੌਤ ਦਰ ਜ਼ਿਆਦਾ ਹੈ ਦੂਜਾ ਸਵਾਲ ਜਿਹੜਾ ਡਾਕਟਰ ਹਰਸ਼ਵਰਧਨ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕਰੋਨਾ ਇਸ ਕਰਕੇ ਫੈਲਿਆ ਕਿਉਂਕਿ ਕਿਸਾਨੀ ਸੰਘਰਸ਼ ਚੱਲ ਰਿਹਾ ਕਿਸਾਨ ਦਿੱਲੀ ਦੇ ਵਿੱਚ ਬੈਠੇ ਕਰੋਨਾ ਲੈ ਕੇ ਬੈਠੇ ਨੇ ਜਦੋਂ ਪਿੰਡਾਂ 'ਚ ਆਉਂਦੇ ਨੇ ਪਿੰਡਾਂ 'ਚ ਪ੍ਰਵਾਹ ਕਰ ਦਿੰਦੇ ਨੇ ਕਰੋਨਾ ਦਾ ਇਸ ਕਰਕੇ ਪੰਜਾਬ ਦੇ ਵਿੱਚ ਕਰੋਨਾ ਜ਼ਿਆਦਾ ਦੇਖੋ ਮੈਂ ਇੱਕ ਗੱਲ ਕਹਾਂ ਕਿ ਹਰਸ਼ਵਰਧਨ ਜੀ ਦਾ ਆਪਦਾ ਤਰਕ ਹੈ ਕਿਉਂਕਿ ਉਹ ਕਿਸਾਨੀ ਸੰਘਰਸ਼ ਉਹਨਾਂ ਦੇ ਗਲ ਪਿਆ ਹੋਇਆ ਔਰ ਮੈਂ ਹਰਸ਼ਵਰਧਨ ਜੀ ਤੇ ਉਹਨਾਂ ਦੇ ਪ੍ਰਵਕਤਾ ਬੀਜੇਪੀ ਦੇ ਬੈਠੇ ਹੀ ਹੈ ਪੰਜਾਬ ਦੀ ਸਥਿਤੀ ਨੂੰ ਸਾਰੀ ਨੂੰ ਜਾਣਦੇ ਹੈ ਕਿ ਕਰੋਨਾ ਨਾਲ ਮਰੀਏ ਤੇ ਭਾਵੇਂ ਤੁਹਾਡੇ ਕਾਲੇ ਬਿੱਲਾਂ ਨਾਲ ਮਰੀਏ ਮਰੇ ਤਾਂ ਪੰਜਾਬ ਵਾਲੇ ਵੈਸੇ ਹੀ ਪਏ ਆ ਚਾਰ ਚਪੇਰਿਓਂ ਜਿਸ ਕਿਸਮ ਦੀ ਸੰਘੀ ਕੁੱਟੀ ਜਾ ਰਹੀ ਹੈ ਔਰ ਦੂਜੀ ਗੱਲ ਜਿਹੜੀ ਕੈਪਟਨ ਸਾਹਿਬ ਨੇ ਕਹੀ ਹੈ ਮੈਂ ਇੱਕ ਬੇਨਤੀ ਕਰਦਿਆਂ ਇਹ ਕੋਈ ਫਾਰਮੂਲਾ ਨਹੀਂ ਹੈ ਤੇ ਨਾ ਹੀ ਕੋਈ ਤਰਕ ਹੈ ਮੈਂ ਕੈਪਟਨ ਸਾਹਿਬ ਨੂੰ ਇੱਕ ਪੁੱਛਣਾ ਚਾਹੁੰਦਾ ਕਿ ਤੁਹਾਡੇ ਸਿਹਤ ਮੰਤਰੀ ਦੇ ਘਰੇ ਜਾਂ ਕੱਲ ਉਹਨਾਂ ਨੇ ਕਿੱਥੇ ਅਰੇਂਜ ਕੀਤਾ ਸੀ ਕੱਲ ਉਹਨਾਂ ਨੇ ਇੱਕ ਡਿਨਰ ਅਰੇਂਜ ਕੀਤਾ ਹੈ ਆਪਦੇ ਭਰਾ ਨੂੰ ਮੇਅਰ ਬਣਾਉਣਾ ਮੇਰਾ ਖਿਆਲ ਹੈ ਸੋਸ਼ਲ ਮੀਡੀਆ ਤੇ ਫੋਟੋਆਂ ਵੀ ਵਾਇਰਲ ਹੋਈਆਂ ਉੱਥੇ ਵੀ 100-150 ਜਣਾ ਜਿਹੜਾ ਸੀਗਾ ਤੇ ਡਿਨਰ ਕੀਤਾ ਉਹਨਾਂ ਨੇ ਡਿਨਰ ਡਿਪਲੋਮੇਸੀ ਸ਼ੁਰੂ ਹੋਈ ਹੈ ਲਿਖਿਆ ਵੀ ਐਸੇ ਤਰ੍ਹਾਂ ਦਾ ਹੀ ਹੈ ਤੇ ਜਦੋਂ ਤੁਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਕੋਈ ਪ੍ਰੋਗਰਾਮ ਹੁੰਦਾ ਉਦੋਂ ਤੁਹਾਡੇ ਤੇ ਕੋਈ ਲਾਗੂ ਨਹੀਂ ਹੁੰਦਾਗਾ ਮੈਂ ਤੁਹਾਨੂੰ ਇੱਕ ਮੰਤਰੀ ਦੀ ਕੱਢੀ ਹੈ ਮੈਂ ਹਰਪ੍ਰੀਤ ਜੀ ਤੁਹਾਨੂੰ ਦਾਅਵੇ ਨਾਲ ਕਹੂੰਗਾ ਅੱਧੇ ਘੰਟੇ ਦਾ ਪੈਕੇਜ ਬਣਾ ਲਓ ਹਰੇਕ ਦੀ ਫੇਸਬੁੱਕ ਤੇ ਪਏ ਆ ਕੱਲੇ ਮੰਤਰੀਆਂ ਦੀਆਂ ਹੀ ਕੱਢ ਕੇ ਦਿਖਾ ਦਿਓ ਵੀ ਇਹ ਆਪ ਕੀ ਕਰਦੇ ਤੇ ਦੂਜਿਆਂ ਲਈ ਕੀ ਕਹਿੰਦੇ ਆ ਮੈਂ ਹੁਣ ਜਾਣਾ ਨਹੀਂ ਚਾਹੁੰਦਾ ਕੈਪਟਨ ਸਾਹਿਬ ਦੇ ਜਿਹੜੇ ਘਰੇ ਫੰਕਸ਼ਨ ਹੋਏ ਆ ਉਹਨਾਂ ਦੀ ਵੀ ਕਿਵੇਂ ਚਰਚਾ ਹੋਈ ਹੈ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਕੈਪਟਨ ਸਾਹਿਬ ਜੇ ਅੱਜ ਰੈਲੀਆਂ ਤੁਸੀਂ ਬੰਦ ਕਰਾ ਕੇ ਤੁਹਾਡਾ ਅੰਦਰੋਂ ਡਰ ਪਤਾ ਲੱਗ ਗਿਆ ਲੋਕ ਚਾਹੁੰਦੇ ਆ ਤੁਹਾਡੇ ਹਰੇ ਹਰੇ ਫਾਰਮ ਜਿਹੜੇ ਭਰੇ ਸੀ ਮੈਂ ਗਿਣਤੀ ਵੀ ਅੱਜ ਲੈ ਕੇ ਆਇਆ ਆ ਜਿਹੜਾ ਇੱਕ ਨਾ ਬੜੇ ਵੱਡੇ ਇਹਨਾਂ ਨੇ ਕੈਂਪ ਲਾਏ ਜੀ ਆ ਸਾਰੇ ਮੰਤਰੀ ਹੁਣ ਦੇ ਬੈਠੇ ਆ ਅਰੋੜਾ ਸਾਹਿਬ ਵੀ ਵਿੱਚ ਬੈਠੇ ਮੈਂ ਤੁਹਾਨੂੰ ਦਿਖਾਉਣਾ ਅਰੋੜਾ ਸਾਹਿਬ ਹੁਸ਼ਿਆਰਪੁਰ ਵਾਲੇ ਆਪ ਫਾਰਮ ਭਰੀ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਇੱਕ ਡਰਾਮਾ ਕੀਤਾ ਸੀ ਤੁਸੀਂ ਵੀ ਸਾਰੇ ਚੈਨਲ ਵਾਲਿਆਂ ਨੂੰ ਫੋਟੋ ਜਾਰੀ ਕੀਤੀ ਸੀ ਮੈਂ ਦੇਖਦੇ ਆ ਇਹਦੇ 'ਚ ਲਿਖਿਆ ਕੀ ਹੈ ਮਾਲਵਾ ਖੇਤਰ ਦੇ ਕੁੱਲ ਜਿਹੜੇ ਹੈਗੇ ਆ 20,40,000 ਇੰਨੇ ਫਿਰ ਦੁਆਬੇ 'ਚੋਂ ਇੰਨੇ ਫਿਰ ਮਾਲਵੇ 'ਚੋਂ ਇੰਨੇ ਮਾਝੇ ਚੋਂ ਤੇ 34,01,296 ਫਾਰਮ ਭਰੇ ਸੀ ਲੋਕ ਨਾ ਇਹ ਫਾਰਮਾਂ ਦਾ ਹਿਸਾਬ ਮੰਗਣਾ ਚਾਹੁੰਦੇ ਆ ਜਿਹੜੇ ਤੁਸੀਂ ਕਿਹਾ ਸੀ ਪੂਰਨ ਕਰਜ਼ਾ ਮਾਫੀ ਘਰ ਨੌਕਰੀ ਦਾ ਚਾਹੁੰਦੇ ਆ ਆਟੇ ਦਾਲ ਦੇ ਨਾਲ ਚੀਨੀ ਚਾਹ ਤੇ ਘਿਓ ਦਾ ਚਾਹੁੰਦੇ ਆ 52,000 ਸ਼ਗਨ ਪੈਨਸ਼ਨ ਦਾ ਚਾਹੁੰਦੇ ਆ ਤੇ ਜਦੋਂ ਹਿਸਾਬ ਦੇਣ ਦੀ ਵਾਰੀ ਆਈ ਤੇ ਆ ਵਧੀਆ ਕਰੋਨਾ ਹਥਿਆਰ ਆਇਆ ਮੈਂ ਕਹਿੰਦਾ ਸਾਰੇ ਦੇਸ਼ ਨੂੰ ਕਰੋਨਾ ਨੇ ਮਾਰਤਾ ਕੱਲਾ ਕੈਪਟਨ ਅਮਰਿੰਦਰ ਸਿੰਘ ਦੇ ਕਰੋਨਾ ਰਾਸ ਆਇਆ ਜਦੋਂ ਸੂਤ ਆਉਂਦਾ ਉਦੋਂ ਟੂਟੀ ਜੀ ਬੰਦ ਕਰ ਦਿੰਦੇ ਤੇ ਪੰਜਾਬੀਆਂ ਦਾ ਸਾਹ ਬੰਦ ਚਲੋ ਵਰਮਾ ਸਾਹਿਬ ਤੋਂ ਰਿਐਕਸ਼ਨ ਹਾਂਜੀ ਜਲਦੀ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਚਾਹੇ ਉਹ ਸੈਂਟਰ ਹੈ ਚਾਹੇ ਸਟੇਟ ਗਵਰਨਮੈਂਟ ਨੇ ਪੁੱਛਣਾ ਚਾਹਨਾ ਵੀ ਤੁਸੀਂ ਆਪਦੀ ਨਲਾਇਕੀਆਂ ਦਾ ਹਮੇਸ਼ਾ ਵਪਾਰੀਆਂ ਤੇ ਜਾਂ ਸਾਡੇ ਪੰਜਾਬੀਆਂ ਤੇ ਕਿਉਂ ਠੇਕਰਾ ਫੋੜਦੇ ਹੋ ਜੀ ਕਿਆ ਸਿਰਫ ਸਾਡਾ ਵਪਾਰੀ ਜਿਹਦੀਆਂ ਦੁਕਾਨਾਂ ਤੁਸੀਂ 9 ਵਜੇ ਬੰਦ ਕਰਾ ਦਿੰਦੇ ਹੋ 10 ਵਜੇ ਕਰੋਨਾ ਆਊਗਾ 7 ਵਜੇ ਕਰੋਨਾ ਨਹੀਂ ਆਉਂਦਾ ਜਾਂ ਜਿਹੜੇ ਸਾਡੇ ਆਮ ਭਾਈਚਾਰਾ ਸਾਡਾ ਜਾਂ ਸਾਡੇ ਪੰਜਾਬੀ ਜਿਹੜੇ ਪ੍ਰੋਪਰ ਮਾਸਕ ਵੀ ਲਾ ਕੇ ਰੱਖਦੇ ਨੇ ਪ੍ਰੋਪਰ ਇਹ ਕੌਣ ਚਾਹੁੰਦਾ ਵੀ ਮੇਰੇ ਪਰਿਵਾਰ 'ਚ ਕਿਸੇ ਨੂੰ ਕਰੋਨਾ ਹੋਵੇ ਤੇ ਤੁਸੀਂ ਆਪਦੀ ਗਲਤੀਆਂ ਦਾ ਠਿਕੜਾ ਸਾਡੇ ਪੰਜਾਬੀਆਂ ਤੇ ਜਾਂ ਸਾਡੇ ਦੁਕਾਨਦਾਰਾਂ ਤੇ ਕਿਉਂ ਫੋੜਦੇ ਹੋ ਔਰ ਮੈਂ ਤੁਹਾਡੇ ਰਾਹੀਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਵਪਾਰੀ ਚਾਹੇ ਪੰਜਾਬੀ ਕਰੋਨਾ ਨਾ ਮਰੇ ਇਹਨਾਂ ਦੀਆਂ ਮਾਰੂ ਪਾਲਿਸੀਆਂ ਨਾਲ ਭੁੱਖਾ ਜ਼ਰੂਰ ਮਰੂਗਾ ਦੂਜੀ ਗੱਲ
ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਮੈਂ ਖੁਦ ਇੱਕ ਵਪਾਰ ਮੰਡਲ ਮੋਹਾਲੀ ਦਾ ਵੀ ਪ੍ਰਧਾਨ ਆ, ਅਸੀਂ 20 ਚਿੱਠੀਆਂ ਇਹਨਾਂ ਨੂੰ ਲਿਖੀਆਂ ਕਰੋਨਾ ਕਾਲ ਦੇ ਵਿੱਚ ਕੈਪਟਨ ਸਰਕਾਰ ਨੂੰ, ਵੀ ਕੈਪਟਨ ਸਰਕਾਰ ਜੀ ਸਾਡੇ ਬਿਜਲੀ ਦੇ ਬਿੱਲ ਮਾਫ ਕਰੋ, ਸਾਡੀਆਂ ਦੁਕਾਨਾਂ ਬੰਦ ਪਈਆਂ, ਸਾਡੇ ਪਾਣੀ ਦੇ ਬਿੱਲ ਮਾਫ ਕਰੋ, ਸਾਡੀ ਪ੍ਰਾਪਰਟੀ ਟੈਕਸ ਹੈ ਉਹ ਮਾਫ ਕਰੋ, ਸਾਨੂੰ ਕੋਈ ਸਹੂਲਤ ਦਿਓ। ਔਰ ਮੈਂ ਇਹ ਗੱਲ ਪੁੱਛਣਾ ਚਾਹੁੰਦਾ, 73 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਨੂੰ, ਚਾਹੇ ਉਹ ਸੈਂਟਰ ਹੈ ਚਾਹੇ ਸਟੇਟ, ਇਹਨਾਂ ਨੇ 73 ਦਿਨ ਵੀ ਪੰਜਾਬੀ ਦੀ ਕਿਸੇ ਦੀ ਬਾਹ ਨਹੀਂ ਫੜੀ। ਕਿਹੜੇ ਮੂੰਹ ਨਾਲ ਇਹ ਗੱਲ ਕਰਦੇ ਆ ਵੀ ਕਰੋਨਾ ਪੰਜਾਬੀ ਫੈਲਾਉਂਦਾ? ਦੂਜੀ ਗੱਲ, ਮੈਂ ਮੋਦੀ ਸਾਹਿਬ ਤੋਂ ਇਹ ਗੱਲ ਪੁੱਛਣਾ ਚਾਹੁੰਦਾ, ਅੱਜ ਦੇਸ਼ ਦੇ ਵਿੱਚ ਕਰੋਨਾ ਵੈਕਸੀਨ ਆਪਾਂ ਕਹਿੰਦੇ ਅਵੇਲੇਬਲ ਹੈ, ਕਿਉਂ ਸਾਰੇ ਦੇਸ਼ ਦੇ ਨਹੀਂ ਲੱਗਦੀ ਉਹ? ਕਿਉਂ ਤੁਸੀਂ 80 ਦੇਸ਼ਾਂ ਦੇ ਬਾਹਰਲੇ ਨੂੰ ਜਾ ਕੇ ਵੰਡਦੇ ਹੋ? ਇਹਦਾ ਮਤਲਬ ਕੀ ਹੈ ਵੀ ਤੁਹਾਨੂੰ ਉਹ ਜ਼ਿਆਦਾ ਪਿਆਰੇ ਕਿ ਅਸੀਂ ਸਾਡੇ ਆਪਣਾ ਮੁਲਕ ਤਾਂ ਪੂਰਾ ਕਰ ਲਈਏ, ਆਪਣਾ ਮੁਲਕ ਤਾਂ ਪਹਿਲਾਂ ਪੂਰਾ ਕਰੋ। ਔਰ ਮੈਂ ਇੱਕ ਹੋਰ ਤੁਹਾਨੂੰ ਬੇਨਤੀ ਕਰਦਾ ਕੈਪਟਨ ਸਰਕਾਰ ਨੂੰ ਜੀ, ਚਿੱਠੀਆਂ ਜਦੋਂ ਅਸੀਂ ਲਿਖਦੇ ਸੀ, ਵੰਡੰਬਣਾ ਹੈ ਵੀਰ ਜੀ, ਮੈਂ ਹੈਰਾਨ ਹੁੰਦਾ ਸੀ ਜੇ ਅਸੀਂ 4-5 ਮਹੀਨੇ ਚਿੱਠੀ ਲਿਖਿਆ, 4-5 ਮਹੀਨਿਆਂ 'ਚ ਇੱਕ ਫੁੱਲ ਸਟਾਪ ਦਾ ਵੀ ਜਵਾਬ 'ਚ ਕੋਈ ਫਰਕ ਨਹੀਂ ਸੀ ਹੁੰਦਾ। ਮਤਲਬ ਕਿ ਜਿਹੜੇ ਇਹਨਾਂ ਦੇ ਗੈਰ ਜ਼ਿੰਮੇਦਾਰਾਨ ਅਫਸਰ ਬੈਠੇ ਉਹਨਾਂ ਨੇ ਸਾਡੀ ਨਾ ਚਿੱਠੀ ਪੜ੍ਹੀ ਨਾ ਸਾਡੀ ਚਿੱਠੀ ਤੇ ਗੌਰ, ਇੱਕੋ ਜਵਾਬ 10 ਈਮੇਲਾਂ ਦਾ ਸਾਨੂੰ ਉਹਨਾਂ ਨੇ ਵਾਪਸ ਦਿੱਤਾ। ਚੰਡੀਗੜ੍ਹ ਦੇ ਵਿੱਚ ਅੱਜ ਡੀਜ਼ਲ ਪੈਟਰੋਲ ਦਾ ਕੀ ਰੇਟ ਹੈ, ਮੋਹਾਲੀ ਕੀ ਰੇਟ ਹੈ? ਅੱਜ ਇਹਨਾਂ ਨੇ ਫਿਰ 25 ਪੈਸੇ ਵਧਾਇਆ। ਮੋਹਾਲੀ ਵਾਲੇ ਪਿੱਟਦੇ ਮਰ ਜਾਂਦੇ ਇਹਨਾਂ ਕੋਲ ਜਾ ਕੇ ਵੀ ਟਰਾਈ ਸਿਟੀ ਹੈ, ਜਦੋਂ ਕੋਈ ਕਾਨੂੰਨ ਬਣਾਉਣਾ ਹੈ ਤੁਸੀਂ ਟਰਾਈ ਸਿਟੀ ਦੇ ਵਿੱਚ ਇੱਕ ਬਣਾਓ, ਮੋਹਾਲੀ ਦਾ ਅਗਰ ਕਾਨੂੰਨ ਹੈ ਤਾਂ ਨਾਲ ਦੋ ਡਿੰਗਾਂ ਤੇ ਚੰਡੀਗੜ੍ਹ ਦੁਕਾਨਾਂ ਕੋਲ ਕਿਉਂ ਨਹੀਂ ਸੋਚਦੇ? ਹਾਂਜੀ ਸਵੈਤ ਸਾਹਿਬ ਸਭ ਤੋਂ ਵੱਡਾ ਸਵਾਲ ਇਹੀ ਖੜਾ ਹੁੰਦਾ ਹੈ, ਖਾਸ ਤੌਰ ਤੇ ਮੈਂ ਇਹਨਾਂ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਕਿ ਦੁਕਾਨਦਾਰ ਛੋਟਾ ਵਪਾਰੀ ਖਤਮ ਹੋ ਕੇ ਰਹਿ ਗਿਆ। ਖਾਸ ਤੌਰ ਤੇ ਹੋਟਲ ਰੈਸਟੋਰੈਂਟ ਇੰਡਸਟਰੀ ਬਿਲਕੁਲ ਬੰਦ ਹੋਣ ਕਿਨਾਰੇ ਹੈ। ਉਸ ਇੰਡਸਟਰੀ ਦੇ ਨਾਲ ਵੱਡਾ ਤਬਕਾ ਜੁੜਿਆ ਹੋਇਆ, ਉਹ ਇੰਡਸਟਰੀ ਅਸੀਂ ਖਤਮ ਕਰਕੇ ਰੱਖ ਦਿੱਤੀ ਹੈ। ਇਹਦੇ ਪਿੱਛੇ ਕੋਈ ਲੌਜਿਕ ਹੈ? ਡਾਕਟਰ ਪਿਆਰੇ ਲਾਲ ਗਰਗ ਤਾਂ ਡਾਕਟਰ ਨੇ, ਅਸੀਂ ਤਾਂ ਚਲੋ ਸਾਰੇ ਅਣਜਾਣ ਆ, ਇੱਕ ਡਾਕਟਰ ਤੁਹਾਡੇ ਤੋਂ ਪੁੱਛ ਰਿਹਾ, ਤੁਹਾਡੇ ਕੋਲ ਕੋਈ ਲੌਜਿਕ ਹੈਗਾ ਕਿ 9 ਵਜੇ ਤੁਸੀਂ ਕਰਫਿਊ ਲਾ ਦੋਗੇ, ਸਵੇਰੇ 5 ਵਜੇ ਤੱਕ ਉਹ ਕਰਫਿਊ ਰਹੇਗਾ, ਕਰੋਨਾ ਨਹੀਂ ਫੈਲੇਗਾ ਉਹਦੇ ਨਾਲ? ਦੇਖੋ ਗੱਲ ਇਦਾਂ ਹੈ ਜੀ, ਜਿਹੜਾ ਰਾਤ ਦਾ ਕਰਫਿਊ ਹੈਗਾ ਇਹ ਇਕੱਲੇ ਪੰਜਾਬ 'ਚ ਨਹੀਂ ਹੈਗਾ, ਇਹ ਦਿੱਲੀ 'ਚ ਵੀ ਲਾਇਆ ਗਿਆ, ਹੋਰ ਥਾਂ ਤੇ ਵੀ ਲੱਗਿਆ ਹੋਇਆ। ਉਹਦਾ ਜੋ ਇੱਕ ਮੇਨ ਪਰਪਸ ਕੀ ਹੁੰਦਾ ਹੈ, ਜਿਵੇਂ ਲੋਕਡਾਊਨ ਦਾ ਪਰਪਸ ਸੀਗਾ ਜਾਂ ਕਰਫਿਊ ਪਹਿਲਾਂ ਲਾਉਣ ਦਾ ਪਰਪਸ ਸੀਗਾ, ਪਰਪਸ ਇਹੋ ਸੀਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਸਲੋ ਡਾਊਨ ਕੀਤਾ ਜਾਵੇ ਸਪਰੈਡ ਨੂੰ, ਬਿਮਾਰੀ ਫੈਲਣ ਨੂੰ ਘਟਾਇਆ ਜਾਵੇ, ਰੇਟ ਘਟਾਇਆ ਜਾਵੇ ਕਿ ਜ਼ਿਆਦਾ ਤੇਜ਼ੀ ਨਾਲ ਫੈਲੇ। ਸਾਰਾ ਦਿਨ ਲੋਕ ਘਰੋਂ ਬਾਹਰ ਹੁੰਦੇ ਨੇ, ਉਦੋਂ ਚੈਨ ਟੁੱਟਦੀ, ਰਾਤ ਨੂੰ ਲੋਕ ਘਰਾਂ 'ਚ ਹੁੰਦੇ ਨੇ ਤੇ ਉਦੋਂ ਚੈਨ ਟੁੱਟ ਜਾਏਗੀ। ਮੈਂ ਦੱਸ ਸੁਣ ਲਓ, ਰਾਤ ਨੂੰ ਸਾਰੇ ਲੋਕੀ ਘਰਾਂ 'ਚ ਨਹੀਂ ਹੁੰਦੇ, ਰਾਤ ਨੂੰ ਵੀ ਸ਼ਾਦੀਆਂ ਹੁੰਦੀਆਂ ਨੇ, ਰਾਤ ਨੂੰ ਵੀ ਕਲੱਬਾਂ 'ਚ ਮੀਟਿੰਗਾਂ ਹੁੰਦੀਆਂ ਨੇ, ਰਾਤ ਨੂੰ ਵੀ ਕਲੱਬਾਂ 'ਚ ਪਾਰਟੀਆਂ ਹੁੰਦੀਆਂ ਨੇ, ਰਾਤ ਨੂੰ ਵੀ ਹੋਟਲਾਂ 'ਚ ਪਾਰਟੀਆਂ ਹੁੰਦੀਆਂ ਨੇ। ਲੋਕਡਾਊਨ ਕਰਨ ਦਾ ਇੱਕ ਮੈਥਡ ਹੈ, ਲੋਕਡਾਊਨ ਨਾ ਲਾਉਣਾ ਪਵੇ। ਅਗਰ ਲੋਕਡਾਊਨ ਲੱਗ ਜਾਏਗਾ, ਦਿਨੇ ਵੀ ਕਰਫਿਊ ਲੱਗ ਜਾਏਗਾ, ਜਿਹੜੀ ਪਹਿਲੇ ਹੀ ਹੁਣੇ ਤੁਸੀਂ ਗੱਲ ਕਰਕੇ ਹਟਿਓ, ਇਕਨੋਮਿਕ ਪੋਜੀਸ਼ਨ ਬੜੀ ਮਾੜੀ ਹੋਈ ਹੈ, ਲੋਕਾਂ ਦੇ ਕਾਰੋਬਾਰ ਰੁਜ਼ਗਾਰ ਲੋਕਾਂ ਦੇ ਖਤਮ ਹੋ ਗਏ। ਹੁਣ ਅਗਰ ਰਾਤ ਦਾ ਕਰਫਿਊ ਲਾ ਕੇ ਥੋੜਾ ਜਿਹਾ ਸਲੋ ਡਾਊਨ ਹੋ ਸਕੇ, ਦਿਨੇ ਲਾਕਡਾਊਨ ਨਾ ਲਾਣਾ ਪਵੇ, ਸਵੈਤ ਕੋਈ ਸਟੱਡੀ ਹੈਗੀ ਹੈ? ਇੱਕ ਮਿੰਟ ਰੁਕੋ ਨਾ ਸਵੈਤ ਸਾਹਿਬ, ਰੁਕੋ ਨਾ ਕਿੰਨੇ ਚਿਰ ਤੋਂ ਸਵੈਤ ਸਾਹਿਬ ਇੱਕ ਮਿੰਟ ਮੇਰੀ ਗੱਲ ਦਾ ਜਵਾਬ ਦਿਓ, ਮੈਂ ਤੁਹਾਡੀ ਸਾਰੀਆਂ ਗੱਲਾਂ ਨਾਲ ਐਗਰੀ ਕਰ ਜਾਵਾਂਗਾ, ਮੇਰੀ ਗੱਲ ਦਾ ਜਵਾਬ ਦੇ ਦਿਓ ਨਾ ਸਵੈਤ ਸਾਹਿਬ। ਇੱਕ ਮਿੰਟ ਚਲੋ, ਹੁਣ ਤੁਸੀਂ ਤੁਹਾਡੀ ਸੁਣ ਲਈ ਨਾ, ਹੁਣ ਮੇਰੀ ਵੀ ਸੁਣ ਲਓ। ਤੁਹਾਡੇ ਕੋਲ ਕੋਈ ਐਸੀ ਸਟੱਡੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਦਾ ਨਾਈਟ ਕਰਫਿਊ ਲੱਗਿਆ ਉਦੋਂ ਤੋਂ ਰਫ਼ਤਾਰ ਘਟੀ ਹੈ, ਕੇਸਿਸ ਘਟੇ ਨੇ? ਇੱਕ ਸਟੱਡੀ ਦੱਸ ਦਿਓ ਮੇਰੇ ਕੋਲ, ਪੂਰਾ ਅੰਕੜਾ ਹੈ। ਜਦ ਦਾ ਨਾਈਟ ਕਰਫਿਊ ਲਾਇਆ ਇੱਕ ਦਿਨ ਵੀ ਐਸਾ ਨਹੀਂ ਹੋਇਆ ਜਦੋਂ ਕੇਸ ਨਾ ਵਧੇ ਹੋਣ। ਸਟੱਡੀ ਕੁਝ ਹੋਰ ਕਹਿੰਦੀ ਹੈ, ਤੁਸੀਂ ਕੁਝ ਹੋਰ ਕਹਿੰਦੇ ਹੋ। ਹਰ ਰੋਜ਼ 10% ਮਰੀਜ਼ ਵੱਧ ਰਹੇ ਨੇ ਜਦੋਂ ਦਾ ਨਾਈਟ ਕਰਫਿਊ ਲਾਇਆ। ਲੌਜਿਕ ਕੀ ਇਹਦੇ ਪਿੱਛੇ? ਹਰਪ੍ਰੀਤ ਜੀ ਸੁਣ ਲਿਆ ਕਰੋ ਜੀ, ਸੁਣ ਲਿਆ ਕਰੋ, ਬੋਲੋ। ਜੋ ਵੀ ਫੈਸਲੇ ਸਰਕਾਰ ਲੈਂਦੀ ਹੈਗੀ ਹੈ ਆਪਣੇ ਤੌਰ ਤੇ ਨਹੀਂ ਲੈਂਦੀ, ਮਾਹਰ ਜੋ ਕਹਿੰਦੇ ਨੇ, ਜੋ ਸਾਡੀ ਡਾਕਟਰ ਕੇ ਤਲਵਾਰ ਜਿਹੜੇ ਹੈੱਡ ਕਰ ਰਹੇ ਨੇ ਗਵਰਨਮੈਂਟ ਨੂੰ ਐਡਵਾਈਸ ਸਾਹਿਬ, ਮਾਫ ਕਰਨਾ ਮੈਂ ਥੋੜਾ ਤਲਕ ਹੋ ਰਿਹਾ ਕਿ ਤੁਹਾਡੇ ਮਾਹਰ ਜਾਂ ਸਰਕਾਰ ਨੂੰ ਰੱਬ ਨਹੀਂ ਹੋ ਗਏ, ਇਹ ਅੰਕੜੇ ਤੇ ਲੋਕ ਨੇ ਜਿਹੜੇ ਇਹ ਮਾਰੇ ਨੇ, ਉਹਨਾਂ ਦਾ ਕੌਣ ਸੁਣੂਗਾ? ਮਾਹਰਾਂ ਦੀ ਰਾਏ ਤੁਸੀਂ ਲੌਜਿਕ ਸਾਹਿਬ, ਤੁਸੀਂ ਐਡਵੋਕੇਟ ਹੋ ਨਾ, ਤੁਸੀਂ ਐਡਵੋਕੇਟ ਹੋ। ਮੈਂ ਤੁਹਾਡੇ ਤੋਂ ਇੱਕ ਛੋਟਾ ਜਿਹਾ ਸਵਾਲ ਪੁੱਛ ਰਿਹਾ ਕਿ ਜਦ ਦਾ ਨਾਈਟ ਕਰਫਿਊ ਲੱਗਿਆ ਉਦੋਂ ਦੇ ਕੇਸਿਸ ਦੇ ਵਿੱਚ ਵਾਧਾ ਹੋ ਰਿਹਾ, ਕੋਈ ਲੌਜਿਕ ਤਾਂ ਦੱਸੋ ਨਾਈਟ ਕਰਫਿਊ ਲਗਾਉਣ ਦਾ। ਤੁਸੀਂ ਇਹ ਕਹੋ ਜੀ ਨਾਈਟ ਕਰਫਿਊ ਜਦ ਦਾ ਲੱਗਿਆ 20% ਮਰੀਜ਼ ਘਟ ਗਏ, ਮੈਂ ਐਗਰੀ ਹੋ ਜਾਂਦਾ। ਹੈਲਥ ਮੰਤਰੀ ਦੇ ਡਿਨਰ ਦਾ ਵੀ ਜਵਾਬ ਦੇ ਦਿਓ। ਨਹੀਂ ਹੈਗੇ, ਰਾਤਾਂ ਨੂੰ ਇਕੱਠ ਨਹੀਂ ਹੁੰਦੇ, ਰਾਤਾਂ ਨੂੰ ਪਾਰਟੀਆਂ ਨਹੀਂ ਹੁੰਦੀਆਂ, ਦਿਨੇ ਇਕੱਠ ਨਹੀਂ ਹੁੰਦੇ, ਦਿਨੇ ਪਾਰਟੀਆਂ ਨਹੀਂ ਹੁੰਦੀਆਂ। ਸਹਿਤ ਸਾਹਿਬ, ਜਸਟੀਫਿਕੇਸ਼ਨ ਰਾਤਾਂ ਨੂੰ ਕਿੰਨਾ ਕੁਝ ਹੁੰਦਾ ਹੈ, ਰਾਤਾਂ ਨੂੰ ਫੰਕਸ਼ਨ ਨਹੀਂ ਹੁੰਦੇ। ਅਗਰ ਤੁਸੀਂ ਸਲੋ ਡਾਊਨ ਕਰਨ ਵਾਸਤੇ ਅਗਰ ਲੋਕਡਾਊਨ ਨਾ ਰੋਕਣ ਵਾਸਤੇ ਨਾ ਲਾਉਣਾ ਪਵੇ, ਦਿਨ ਦਾ ਕਰਫਿਊ ਨਾ ਲਾਉਣਾ ਪਵੇ, ਅਗਰ ਥੋੜੀ ਬਹੁਤੀ ਸਲੋ ਡਾਊਨ ਹੁੰਦੀ ਹੈ, ਬਿਮਾਰੀ ਸਪਰੈਡ ਸਲੋ ਡਾਊਨ ਹੁੰਦਾ ਹੈ। ਸਵੈਤ ਸਾਹਿਬ, ਮੈਂ ਤੁਹਾਡੀ ਗੱਲ ਨਾਲ ਐਗਰੀ ਹੋ ਜਾਂਦਾ ਜੇ ਸਲੋ ਡਾਊਨ ਹੁੰਦਾ, ਸਲੋ ਡਾਊਨ ਦਾ ਕੁਝ ਨਜ਼ਰ ਤਾਂ ਆਵੇ। ਚਲੋ ਹੁਣ ਇੱਕ ਮਿੰਟ ਦੇ ਦਿਓ ਮੈਨੂੰ। ਰਜਿੰਦਰ ਭੰਡਾਰੀ ਜੀ ਵਾਰ-ਵਾਰ ਹੱਥ ਚੁੱਕ ਰਹੇ। ਹਾਂਜੀ ਭੰਡਾਰੀ ਸਾਹਿਬ ਇੱਕ ਸਵਾਲ ਮੈਂ ਤੁਹਾਡੇ ਤੋਂ ਵੀ ਪੁੱਛਣਾ ਚਾਹੁੰਦਾ, ਜਿਹੜੀ ਗੱਲ ਸਾਰੇ ਮਾਹਰ ਪੁੱਛ ਰਹੇ ਨੇ ਔਰ ਡਾਕਟਰ ਸਾਹਿਬ ਵੀ ਕਹਿ ਰਹੇ ਨੇ, ਪਿਆਰੇ ਲਾਲ ਗਰਗ ਸਾਹਿਬ, ਕਿੰਨਾ ਗੈਰ ਜ਼ਿੰਮੇਵਾਰਨਾ ਬਿਆਨ ਹੈਗਾ ਇਹ ਕਿ ਕਿਸਾਨਾਂ ਕਰਕੇ ਪੰਜਾਬ ਦੇ ਵਿੱਚ ਕਰੋਨਾ ਵੱਧ ਰਿਹਾ।
ਦੇਖੋ ਇਹਦਾ ਵੀ ਜਵਾਬ ਦਊਂਗਾ, ਲੇਕਿਨ ਮੈਂ ਤੁਹਾਨੂੰ ਇੱਕ ਗੱਲ, ਮੇਰੀ ਆਗਰੇ ਹੈ ਤੁਹਾਡੇ ਥਰੂ ਵੀ, ਹਰਪ੍ਰੀਤ ਜੀ ਤੁਹਾਡੇ ਚੈਨਲ ਦੇ ਥਰੂ ਵੀ, ਇਹ ਨੁਕਤਾਚੀਨੀ, ਇਹ ਛਿੱਟੇ ਛਟਈਆਂ ਇਹ ਬੰਦ ਕਰਨੇ ਚਾਹੀਦੇ ਹੈ। ਲੋਕਾਂ ਦੀ ਹੈਲਥ ਨਾਲ ਕੋਈ ਮਜ਼ਾਕ ਨਹੀਂ ਕਰਨਾ ਚਾਹੀਦਾ, ਖਿਲਵਾੜ ਨਹੀਂ ਕਰਨਾ ਚਾਹੀਦਾ। ਮੈਂ ਅਪੀਲ ਕਰਦਾ, ਸ਼ਵੇਤ ਸਾਹਿਬ ਵੀ ਬੈਠੇ ਨੇ, ਉਹਨਾਂ ਦੇ ਮਾਧਿਅਮ ਨਾਲ ਕਰਦਾ ਕਿ ਕੈਪਟਨ ਸਾਹਿਬ ਨੂੰ, ਜਿੱਦਾਂ ਮੋਦੀ ਸਾਹਿਬ ਬਾਰ-ਬਾਰ ਆਲ ਪਾਰਟੀ ਮੀਟਿੰਗ ਬੁਲਾਉਂਦੇ ਆ, ਉਹ ਕੇਵਲ ਸਟੇਟ ਪੱਧਰ ਤੇ ਨਹੀਂ, ਜ਼ਿਲ੍ਹੇ ਪੱਧਰ ਤੇ ਵੀ ਸਾਰੇ ਬੰਦਿਆਂ ਨੂੰ ਇਨਵੋਲਵ ਕਰਕੇ ਕਿਸ ਤਰੀਕੇ ਨਾਲ ਇਹ ਮਹਾਮਾਰੀ ਤੇ ਕੰਟਰੋਲ ਕਰਨਾ ਹੈ। ਜਦ ਤੱਕ ਇਹ ਕ੍ਰੋਸ ਦਾ ਸੁਸਾਇਟੀ ਲੋਕਾਂ ਨੂੰ ਇਨਵੋਲਵ ਨਹੀਂ ਕਰਨਗੇ, ਫਿਰ ਇਹ ਆਪਣੇ ਪੋਲੀਟੀਕਲ ਜਿਹੜੀ ਆ ਛਿੰਟਾ ਚਾਟੀ ਹੁੰਦੀ ਰਹੇਗੀ। ਇਸ ਕਾਰਨ ਰੱਬ ਦੇ ਵਾਸਤੇ ਆਪਾਂ ਇਸ ਨੂੰ ਲੜਨ ਵਾਸਤੇ ਕੋਈ ਤਰੀਕਾ ਲੱਭੀਏ। ਆਪਸ ਤਾਂ ਅਸੀਂ ਸਾਰੀ ਉਮਰ ਹੀ ਲੜਦੇ ਰਹਿਣਾ। ਦੂਜੀ ਗੱਲ ਤਾਂ ਜਵਾਬ ਦੇ ਦਿਓ। ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਤੁਹਾਨੂੰ ਵੀ ਇਹ ਲੱਗਦਾ, ਤੁਹਾਨੂੰ ਵੀ ਲੱਗਦਾ ਕਿਸਾਨਾਂ ਕਰਕੇ ਕਰੋਨਾ ਵੱਧ ਰਿਹਾ? ਨਹੀਂ, ਦੇਖੋ ਏਦਾਂ, ਉਹਨਾਂ ਦਾ ਇਸ਼ਾਰਾ ਜੋ ਮੈਂ ਸਮਝ ਸਕਦਾ, ਉਹ ਇਕੱਠਾਂ ਵੱਲ ਸੀ ਕਿ ਜਿੱਥੇ ਇਕੱਠ ਹੋਊਗਾ ਕਰੋਨਾ ਜ਼ਿਆਦਾ ਹੋਊਗਾ। ਉਹਦਾ ਮਕਸਦ ਸੀ ਕੋਈ ਕਿਸਾਨ ਜ਼ਿੰਮੇਵਾਰ ਹੈ, ਐਸੀ ਕੋਈ ਗੱਲ ਨਹੀਂ ਹੈ। ਉਹਨਾਂ ਨੇ ਤਾਂ ਚੁਣਾਵਾਂ ਦਾ ਵੀ ਨਾਂ ਦਿੱਤਾ ਕਿ ਕਾਰਪੋਰੇਸ਼ਨ ਦੇ ਚੁਣਾਵਾਂ ਕਾਰਨ ਵੀ ਹੋਇਆ। ਉਹ ਮਤਲਬ ਇਹੀ ਹੈ ਵੀ ਜਦ ਤੁਸੀਂ ਇਕੱਠ ਕਰੋਗੇ, ਕਿਸੇ ਕਾਰਨ ਵੀ ਕਰੋਗੇ, ਉੱਥੇ ਬਿਮਾਰੀ ਵਧਣ ਦਾ ਜਿਹੜੇ ਚਾਂਸਸ ਵੱਧ ਜਾਂਦੇ ਨੇ। ਇਹ ਗੱਲ ਤਾਂ ਇਕੱਠ ਸਰਕਾਰ ਹੋਇਆ ਦੀ ਕਿਉਂ? ਇਹ ਗੱਲ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਨੂੰ ਕਿਉਂ ਨਹੀਂ ਦੱਸਦੇ ਹਰਸ਼ਵਰਧਨ ਜੀ? ਦੂਜਾ ਭੰਡਾਰੀ ਸਾਹਿਬ, ਇਹ ਗੱਲ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਕਿਉਂ ਨਹੀਂ ਦੱਸਦੇ ਹਰਸ਼ਵਰਧਨ ਜੀ? ਵੀ ਬੰਗਾਲ 'ਚ ਵੀ ਤੇ ਬਾਕੀ ਦੇ ਥਾਂ ਰੈਲੀਆਂ ਹੋ ਰਹੀਆਂ ਉਹ ਯਾਰ ਦੱਸ ਦੇਣਗੇ। ਤੁਸੀਂ ਛਿੱਟੇ ਹੀ ਪਾਈ ਜਾ ਰਹੇ ਹੈ ਕਿ ਕੋਈ ਹੱਲ ਲੱਭਣਾ ਹੈ? ਮੈਂ ਦੱਸਾਂ ਜੀ ਇਹਨਾਂ ਨੂੰ, ਹੱਲ ਕੋਈ ਲੱਭਣ ਦੇ ਨੇੜੇ ਹੀ ਨਹੀਂ ਹੈ ਨਾ ਕੰਮ ਤੁਹਾਡਾ। ਸਭ ਤੋਂ ਸੌਖਾ ਹੈ ਜੀ ਅੰਦੋਲਨ। ਪਹਿਲਾਂ ਆ 3 ਕਾਨੂੰਨ ਵਾਪਸ ਲੈ ਲਓ। ਮੈਂ ਨਾ ਸਾਰਾ ਪੰਜਾਬ ਘਰੇ ਬੈਠ ਜਾਊਗਾ ਜਿੰਨਾ ਚਿਰ ਬਿਠਾਉਂਗੇ। 3 ਕਾਨੂੰਨ ਵਾਪਸ ਲੈ ਲਓ ਪਹਿਲਾਂ। ਇਹਨੇ ਕਰੋਨਾ ਦਾ ਕੀ ਸੰਬੰਧ ਹੈ? ਇਹ ਤਾਂ ਤੁਸੀਂ ਕਹਿ ਰਹੇ ਹੋ ਮੰਤਰੀ ਸਾਹਿਬ ਇਹੀ ਤਾਂ ਕਹਿ ਕੇ ਗਏ ਆ। ਇਹਨੇ ਕਿਸਾਨਾਂ ਕਰਕੇ ਤੁਹਾਡੇ ਮੰਤਰੀ ਸਾਹਿਬ ਇਹੀ ਕਹਿ ਕੇ ਗਏ ਆ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਪੰਜਾਬ ਵੱਲੋਂ, ਮੈਂ ਲਾਈਨ ਕੋਟ ਕਰ ਇਹਨੂੰ ਵਾਪਸ ਲੈ ਲਓ। ਇੱਕ ਮਿੰਟ ਬਰਾੜ ਕੀ ਸਾਹਿਬ, ਸੰਬੰਧ ਹੈ? अब मैं दसदा लाइन कोट कर देना, मैं दसदा ना की संबंध है। ਕੇਂਦਰੀ ਮੰਤਰੀ ਡਾਕਟਰ ਹਰਸ਼ਵਰਧਨ ਦਾ ਦਾਵਾ ਕਿਸਾਨੀ ਅੰਦੋਲਨ ਕਾਰਨ ਪੰਜਾਬ 'ਚ ਕੇਸ ਵਧੇ, ਇਹ ਸੰਬੰਧ ਹੈ। ਇਹੀ ਤਾਂ ਕਹਿ ਰਹੇ ਆ ਕਿ ਤੁਸੀਂ ਆਹ ਕਾਨੂੰਨ ਵਾਪਸ ਲੈ ਲਓ, ਇਹ ਅੰਦੋਲਨ ਖਤਮ ਹੋ ਜਾਏਗਾ, ਲੋਕ ਘਰਾਂ 'ਚ ਬਹਿ ਜਾਣਗੇ। ਭੰਡਾਰੀ ਸਾਹਿਬ, ਕਾਨੂੰਨਾਂ ਕਾਰਨ ਨਹੀਂ ਕਿਹਾ, ਇਕੱਠ ਕਾਰਨ ਕਿਹਾ। ਆ ਇਕੱਠ ਕਿਉਂ ਹੋਇਆ ਪਿਆ? ਉਹ ਵੀ ਕਾਨੂੰਨਾਂ ਕਰਕੇ ਹੀ ਇਕੱਠ ਹੋਇਆ ਨਾ। ਇਕੱਠ ਵੀ ਤਾਂ ਕਾਨੂੰਨਾਂ ਕਰਕੇ ਹੀ ਹੋਇਆ ਪਿਆ, ਇਸੇ ਕਰਕੇ ਤਾਂ ਇਕੱਠ ਹੋਇਆ ਨਾ। ਬੋਲੋ ਵਰਮਾ ਸਾਹਿਬ ਜਲਦੀ। ਕੋਈ ਸੰਜੀਦਗੀ ਭੰਡਾਰੀ ਸਾਹਿਬ ਮੈਂ ਪੁੱਛਣਾ ਚਾਹੁੰਦਾ, ਜਿਹੜੇ ਕਿਸਾਨ ਬੈਠੇ ਨੇ, ਭੰਡਾਰੀ ਸਾਹਿਬ ਮੇਰਾ ਇੱਕ ਛੋਟਾ ਸਵਾਲ ਹੈ ਤੁਹਾਨੂੰ। ਆਪਾਂ ਕਹਿੰਦੇ ਆ ਇਕੱਠ ਕਰਕੇ ਹੋਇਆ, ਇਕੱਠ ਦੇ ਜ਼ਿੰਮੇਵਾਰ ਸੈਂਟਰ ਸਰਕਾਰ ਹੈ, ਕਿਉਂ ਉਹਨਾਂ ਦੇ ਕਾਨੂੰਨਾਂ ਦੇ ਪਿੱਛੇ ਆਪਾਂ ਜਿੱਦ ਫੜੀ ਬੈਠੇ ਆ ਵੀ ਕਰਨਾ ਹੀ ਕਰਨਾ ਹੈ? ਦਿੱਲੀ 'ਚ ਕੌਣ ਜ਼ਿੰਮੇਵਾਰ ਹੈ? ਦਿੱਲੀ ਜਿਹੜੀ ਹਾਈ ਬੜੀ ਕਰੋਨਾ ਦੀ ਕੌਣ ਜ਼ਿੰਮੇਵਾਰ ਹੈ? ਭੰਡਾਰੀ ਸਾਹਿਬ ਮੈਂ ਇਹ ਕੋਈ ਜਵਾਬ ਨਹੀਂਗਾ, ਇਹ ਕੋਈ ਸੈਂਟਰ ਗਵਰਨਮੈਂਟ ਦੇ ਤੁਸੀਂ ਰਿਪਰੈਜ਼ੈਂਟੇਟਿਵ ਹੋ, ਇਹ ਕੋਈ ਜਵਾਬ ਨਹੀਂਗਾ, ਇਹ ਕੋਈ ਜਵਾਬ ਨਹੀਂਗਾ। ਘੰਟਿਆਂ ਵਜਾ ਕੇ ਕਰੋਨਾ ਠੀਕ ਹੋਣ ਦੀ ਐਗਜ਼ਾਮਪਲ ਤੁਸੀਂ ਪਹਿਲਾਂ ਇੱਕ ਵਾਰੀ ਦੇ ਚੁੱਕੇ ਹੋ, ਔਰ ਸਾਰੇ ਇੰਡੀਆ ਨੂੰ ਪਤਾ ਹੈ ਵੀ ਆਪਾਂ ਪ੍ਰਧਾਨ ਮੰਤਰੀ ਸਾਹਿਬ ਦੇ ਜਿਹੜਾ ਕਾਰਜਸ਼ੈਲੀ ਹੈ ਕਰੋਨਾ ਦੀ ਉਹ ਕਿਵੇਂ ਆ, ਵੀ ਘੰਟਿਆਂ ਵਜਾ ਕੇ ਅਗਰ ਜੇ ਕਰੋਨਾ ਖਤਮ ਹੁੰਦਾ ਤਾਂ ਕਾਦਾ ਹੋ ਜਾਂਦਾ। ਸੋ ਆਪਾਂ ਨੂੰ ਕੋਈ ਸਿੰਸੀਅਰ ਜਿਹੜੀ ਹੈ ਇਸ ਤੇ ਮੁੱਦੇ ਤੇ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਚਲੋ ਠੀਕ ਹੈ, ਇੱਕ ਮਿੰਟ ਗਰਗ ਸਾਹਿਬ, ਨੂੰ ਦਿੱਤੇ, ਸਾਰੀ ਦੁਨੀਆ ਨੂੰ ਦਿੱਤੇ। ਉਹੀ ਤਾਂ ਇਸੇ ਗੱਲ ਦਾ ਤਾਂ ਕਹਿ ਰਹੇ ਨੇ ਕਿ ਸਾਰੀ ਦੁਨੀਆ ਦੇ ਇੰਡੀਆ ਵਾਲਿਆਂ ਨੂੰ ਨਹੀਂ ਮਿਲੇ, ਸਾਰੀ ਦੁਨੀਆ ਨੂੰ ਜ਼ਰੂਰ ਦਿੱਤੇ। ਇਹ ਗੱਲ ਤੁਸੀਂ ਮੰਨਦੇ ਹੋ, ਅਸੀਂ ਵੀ ਕਹਿੰਦੇ ਹਾਂ। ਉਹ ਕਹਿ ਰਹੇ ਜੀ, ਇਹੀ ਤਾਂ ਭੰਡਾਰੀ ਸਾਹਿਬ ਕਹਿ ਰਹੇ ਕਿ ਵੈਕਸੀਨੇਸ਼ਨ ਪੂਰੇ ਮੁਲਕ 'ਚ ਲੱਗ ਜਾਂਦੀ। ਮੋਦੀ ਸਾਹਿਬ ਨੇ, ਮੈਂ ਫਿਰ ਤੁਹਾਨੂੰ ਬੇਨਤੀ ਕਰਦਾ, 80 ਦੇਸ਼ਾਂ ਨੂੰ ਵੈਕਸੀਨ ਜ਼ਰੂਰ ਦਿੱਤੀ ਹੈ, ਪਰ ਆਪਣੇ ਦੇਸ਼ ਨੂੰ ਨਹੀਂ ਦੇ ਸਕੇ। ਇਹ ਸਾਰਾ ਦੇਸ਼ ਯਾਦ ਰੱਖੋ। ਠੀਕ ਹੈ, ਹਾਂਜੀ ਗਰਗ ਸਾਹਿਬ ਤੋਂ ਜਵਾਬ ਲੈ। ਗਰਗ ਸਾਹਿਬ, ਇਹ ਕਹਿੰਦੇ ਨੇ ਡਾਕਟਰ ਹਰਸ਼ਵਰਧਨ ਦਾ ਇਸ਼ਾਰਾ ਇਕੱਠ ਵੱਲ ਸੀਗਾ, ਕਿਸਾਨੀ ਵੱਲ ਨਹੀਂ ਸੀਗਾ, ਵੀ ਜਿੱਧਰ ਵੀ ਇਕੱਠ ਹੋਏਗਾ ਉੱਥੇ ਕਰੋਨਾ ਫੈਲਣ ਦੇ ਚਾਂਸਸ ਜ਼ਿਆਦਾ ਰਹਿੰਦੇ ਨੇ। ਇਸੇ ਕਰਕੇ ਪੋਲੀਟੀਕਲ ਪਾਰਟੀਆਂ ਦੇ ਵੀ ਇਕੱਠ ਖਤਮ, ਇਸੇ ਤਰ੍ਹਾਂ ਕਿਸਾਨਾਂ ਦੇ ਵੀ ਇਕੱਠ ਖਤਮ ਹੋਣੇ ਚਾਹੀਦੇ ਨੇ। ਦੇਖੋ ਹਰਪ੍ਰੀਤ ਜੀ, ਜੀ, ਤੁਸੀਂ ਆਪਦੀਆਂ ਸਾਰਾ ਸੁਣ ਕੇ ਤੁਹਾਨੂੰ ਪਤਾ ਹੀ ਹੈ ਵੀ ਜੋ ਕੁਝ ਕਹਿੰਦੇ ਨੇ। ਹੁਣ ਇਹ ਕਹਿੰਦੇ ਨੇ ਵੀ ਇਕੱਠ, ਉਹ ਆਪਾਂ ਦੇਖ ਲਿਆ ਚੋਣਾਂ ਦਾ। ਪਹਿਲਾਂ ਇਹਨਾਂ ਨੇ ਜਿਹੜਾ NRCCA ਤੇ ਸੀ ਉਹ ਸ਼ਹੀਨ ਬਾਗ ਵਾਲਾ, ਉਹ ਵੀ ਕਰੋਨਾ ਦੇ ਨਾਂ ਤੇ ਖਤਮ ਕਰਿਆ। ਮੈਂ ਇੱਕ ਤੱਥ ਪੁੱਛਣਾ ਚਾਹਣਾ ਕਿ ਜਿੱਦਾਂ 499 ਕੇਸ ਸੀ ਪੂਰੇ ਮੁਲਕ ਦੇ ਵਿੱਚ, 10 ਮੌਤਾਂ ਹੋਈਆਂ ਸੀ, ਉਹਦੇ ਅਸੀਂ ਕਰਫਿਊ ਲਾ ਕੇ, ਅਸੀਂ ਲੋਕਡਾਊਨ ਲਾ ਕੇ ਲੋਕਾਂ ਦਾ ਟੱਟੀ ਪਿਸ਼ਾਬ ਬੰਦ ਕਰਤਾ, ਟੋਟਲ ਬਿਜ਼ਨਸ ਬੰਦ ਕਰਤਾ, ਐਜੂਕੇਸ਼ਨ ਇੰਸਟੀਟਿਊਸ਼ਨਾਂ ਬੰਦ ਕਰਤੀਆਂ। ਤੇ ਜਿੱਦਾਂ ਸਾਡੇ 1 ਲੱਖ ਕੇਸ ਆਉਂਦਾ ਸੀ, ਉਹਦੇ ਅਸੀਂ ਕਰਫਿਊ ਵੀ ਖੋਲਤਾ ਤੇ 15 ਲੱਖ ਬੱਚੇ ਦਾ ਇਮਤਿਹਾਨ ਲਿਆ ਇੱਕੋ ਦਿਨ 'ਚ MBBS ਦੇ ਦਾਖਲੇ ਵਾਸਤੇ, ਔਰ 5% ਨੰਬਰ ਵਾਲੇ ਨੂੰ ਵੀ ਦਾਖਲ ਕਰਿਆ।
ਉਹਦੇ ਚ ਅੱਜ ਤੱਕ ਇਹਨਾਂ ਨੇ ਦੱਸਿਆ ਨਹੀਂ ਵੀ ਜਦ 5% ਵਾਲੇ ਨੇ ਦਾਖਲ ਹੋਣਾ ਹੈ ਤਾਂ 12ਵੀਂ ਵਾਲੀ ਕਿਉਂ ਨਾ ਕਰਤੇ 12ਵੀਂ ਦੇ ਹਿਸਾਬ ਤੇ ਕੋਈ ਕਾਰਨ ਹੋਏਗਾ ਨਾ। 10,000 ਕਰੋੜ ਦਾ ਬਿਜ਼ਨਸ ਕੀ ਚਾਹੁੰਦੇ ਹੋ? ਹੈ। ਹੁਣ ਦੂਜਾ ਸਵਾਲ ਹੈ, ਤੁਸੀਂ ਕਹਿਣਾ ਦੂਜਾ ਕੀ ਸਵਾਲ ਚਾਹੁੰਦੇ ਮੈਂ ਹੋ? ਇਹ ਕਹਿਣਾ ਇਹ ਆ ਵੀ ਉਹ 15 ਲੱਖ ਦਾ ਇਮਤਿਹਾਨ ਲੈਣ ਦੀ ਲੋੜ ਨਹੀਂ ਸੀ, 12ਵੀਂ ਦੇ ਬੇਸ ਤੇ ਦਾਖਲ ਕਰਦੇ ਜੇ 5% ਵਾਲੇ ਨੂੰ ਤੁਸੀਂ ਐਮਬੀਬੀਐਸ ਦਾਖਲਾ ਦੇ ਸਕਦੇ ਹੋ। 5% ਨੰਬਰ ਵਾਲੇ ਨੂੰ ਉਹ ਟੈਸਟ ਦਾ ਕੋਈ ਮੀਨਿੰਗ ਨਹੀਂ ਹੈ। ਜਿੱਦਾਂ ਆਪਾਂ ਬਹਿਸ ਨਾ ਕਰੀਏ ਆਪਸ ਵਿੱਚ, ਆਪਾਂ ਇਸ 'ਚ ਬਹਿਸ ਨਾ ਕਰੀਏ, ਤੱਥ ਨੇ ਇਹ। ਇਸ ਤੋਂ ਅਗਲਾ ਪਾਰਟ ਜਿਹੜਾ ਮੇਰਾ ਸਵਾਲ ਹੈ, ਦੁਨੀਆ ਦੇ ਵਿੱਚ ਕਿੰਨੇ ਮੁਲਕ ਨੇ ਜਿਨ੍ਹਾਂ ਨੇ ਕੋਈ ਲੋਕਡਾਊਨ ਨਹੀਂ ਲਾਇਆ? ਜੇ ਲੋਕਡਾਊਨ ਲਾਇਆ ਤਾਂ ਬਿਜ਼ਨਸ ਕੋਈ ਬੰਦ ਨਹੀਂ ਕਰਿਆ। ਸਾਡੇ ਆਲੇ ਦੁਆਲੇ ਜਿੰਨੇ ਮੁਲਕ ਨੇ, ਅਸੀਂ ਜਿੰਨਾ ਮਰਜ਼ੀ ਕਹੀ ਜਾਈਏ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਮਿਆਂਮਾਰ, ਆਪਣਾ ਨੇਪਾਲ, ਭੂਟਾਨ, ਸਿੰਗਾਪੁਰ, ਮਲੇਸ਼ੀਆ, ਤਾਇਵਾਨ, ਇਹਨਾਂ ਸਾਰਿਆਂ 'ਚ ਪ੍ਰਤੀ ਮਿਲੀਅਨ ਕੇਸ ਵੀ ਘੱਟ ਨੇ, ਇਹਨਾਂ ਸਾਰਿਆਂ ਦੇ ਵਿੱਚ ਪ੍ਰਤੀ ਮਿਲੀਅਨ ਮੌਤਾਂ ਵੀ ਘੱਟ ਨੇ, ਤੇ ਇਹਨਾਂ ਸਾਰਿਆਂ ਦੇ ਵਿੱਚੋਂ ਬਹੁਤਿਆਂ ਨੇ ਕੋਈ ਨਾ ਕਰਫਿਊ ਲਾਏ ਨੇ, ਨਾ ਏਡੇ ਵੱਡੇ ਲੋਕਡਾਊਨ ਲਾਏ ਨੇ। ਕਿਸੇ ਨੇ 2 ਦਿਨ, ਕਿਸੇ ਨੇ 4 ਦਿਨ ਲਾਇਆ। ਜੇ ਲੋਕਡਾਊਨ ਏਡਾ ਵੱਡਾ ਹੱਲ ਸੀ ਤੇ ਫਿਰ ਇਹਨਾਂ ਦੇ ਤਾਂ ਹੋਣਾ ਚਾਹੀਦਾ ਸੀ। ਇੱਕ ਤੀਜੀ ਗੱਲ ਮੈਂ ਕਹਾਂਗਾ, ਜਿੱਦਾਂ ਲੋਕਡਾਊਨ ਲਾਇਆ ਸੀ, ਅਨਾਉਂਸ ਕਰਿਆ ਸੀ 23 ਮਾਰਚ ਨੂੰ, 25 ਤੋਂ ਲਾਇਆ ਸੀ, ਉਹਦੇ ਕਿਹਾ ਗਿਆ ਸੀ ਲੋਕਡਾਊਨ ਅਸੀਂ ਤਿਆਰੀ ਵਾਸਤੇ ਲਾਇਆ। ਉਹਦੇ ਤਾਂ ਤਿਆਰੀ ਵਾਸਤੇ ਲਾ ਲਿਆ ਵੀ ਕਰੋਨਾ ਦਾ ਮੁਕਾਬਲਾ ਕਰਨਾ ਹੈ। ਅੱਜ ਕਿਹੜੀ ਤਿਆਰੀ ਦੀ ਲੋੜ ਹੈ? ਅੱਜ ਕਿਹੜੀ ਤਿਆਰੀ ਕਰ ਰਹੇ ਨੇ? ਅੱਜ ਸਾਲ ਹੋ ਗਿਆ, ਤਿਆਰੀ ਹੋ ਗਈ ਹੋਣੀ ਚਾਹੀਦੀ ਹੈ ਹੁਣ ਨੂੰ। ਸੋ ਇਸ ਕਰਕੇ ਜਿੱਦਾਂ ਤੁਸੀਂ ਲੱਗਦੀ ਲਾਉਣ ਲੱਗੇ, ਜਿੱਦਾਂ ਲੌਜੀਕ ਇਸ ਲਈ ਪੁੱਛਦੇ ਨੇ ਲੋਕ, ਪੈਨਲਿਸਟ ਨੇ ਕਿਹਾ ਵੀ ਹੈ, ਤੁਸੀਂ ਵਿਗਿਆਨਕ ਸੋਚ ਨੂੰ ਖਤਮ ਕਰਕੇ ਤੁਸੀਂ ਲੋਕਾਂ ਨੂੰ ਥਾਲੀਆਂ ਖੜਕਾ ਲਓ, ਮੋਮਬੱਤੀਆਂ ਜਗਾ ਲਓ, ਗਲੋਏ ਪੀ ਲਓ, ਫਲਾਣਾ ਚੀਜ਼ ਕਰ ਲਓ, ਬਿਨਾਂ ਕਿਸੇ ਸਾਇੰਟੀਫਿਕ ਐਵੀਡੈਂਸ ਦੇ ਤੁਸੀਂ ਲੋਕਾਂ ਨੂੰ ਭੀੜ ਤੰਤਰ ਬਣਾਉਣਾ ਚਾਹੁੰਦੇ ਹੋ, ਵਿਗਿਆਨ ਤੋਂ ਦੂਰ ਕਰਨਾ ਚਾਹੁੰਦੇ ਹੋ। ਇੱਕ ਡਾਕਟਰ ਸਾਹਿਬ ਇੱਕ ਆਖਰੀ ਸਵਾਲ, ਮੇਰੇ ਕੋਲ ਸਮਾਂ ਘੱਟ ਹੈ। ਡਾਕਟਰ ਪੈਰਲਲ ਗਰਗ ਸਾਹਿਬ, ਇੱਕ ਆਖਰੀ ਸਵਾਲ, ਜਿਹੜਾ ਸਰਕਾਰ ਲੌਜੀਕ ਦਿੰਦੀ ਹੈ ਪੰਜਾਬ ਦੇ ਵਿੱਚ ਮੌਤਾਂ ਦਾ ਵੱਧ ਕਾਰਨ ਕਿ ਪੰਜਾਬੀ ਲੇਟ ਆਉਂਦੇ ਨੇ, ਸਾਡੇ ਕੋਲ ਗੰਭੀਰ ਸਥਿਤੀ ਦੇ ਵਿੱਚ ਆਉਂਦੇ ਨੇ, ਇਸ ਕਰਕੇ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਤੁਹਾਨੂੰ ਐਜ਼ ਅ ਡਾਕਟਰ ਕੀ ਨਜ਼ਰ ਆਉਂਦਾ? ਦੇਖੋ, ਜਿਹੜਾ ਤਾਂ ਇਹ ਬਿਆਨ ਹੈ ਇਹ ਬਿਲਕੁਲ ਆਈਸੋਲੇਟ ਕਰਕੇ ਦੇ ਰਹੀ ਹੈ ਸਰਕਾਰ। ਪੰਜਾਬ ਸਰਕਾਰ ਖੁਦ ਸਟੱਡੀ ਵੀ ਨਹੀਂ ਕਰ ਰਹੀ ਵੀ ਸਾਡੇ ਇੱਥੇ ਮੌਤਾਂ ਕਿਉਂ ਜ਼ਿਆਦਾ ਹੋ ਰਹੀਆਂ ਨੇ, ਸਾਡਾ ਕੇਅਰ ਕੀ ਹੈ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ 65 ਸਾਲ ਤੋਂ ਆਬਾਦੀ ਵੱਧ ਹੈ, ਉਹ ਉਮਰ ਵਾਲੀ ਉਹ ਜ਼ਿਆਦਾ ਹੈ। ਸਾਡੇ ਇੱਥੇ ਕੋਮਾਰਬਿਡਿਟੀ, ਡਾਇਬਟੀਜ਼, ਕੈਂਸਰ, ਕਾਲਾ ਪੀਲੀਆ, ਅਸੀਂ ਉੱਥੇ ਮੁੱਖ ਮੰਤਰੀ 2015 ਦੇ ਵਿੱਚ ਮੁੱਖ ਮੰਤਰੀ ਰਾਹਤ ਕੋਸ਼ ਜਿਹੜਾ ਸੀ ਇਹ ਕਾਲੇ ਪੀਲੇ ਵਾਸਤੇ ਕਰਿਆ ਗਿਆ। ਉਦੋਂ ਪਹਿਲਾਂ ਕੈਂਸਰ ਵਾਸਤੇ 2011 ਚ ਕਰਿਆ ਗਿਆ। ਜੇ ਬਿਮਾਰੀਆਂ ਜ਼ਿਆਦਾ ਨੇ, ਬਲੱਡ ਪ੍ਰੈਸ਼ਰ ਜ਼ਿਆਦਾ ਹੈ, ਸੋ ਉਹ ਕਾਰਨ ਨੇ। ਇੱਕ ਕਾਰਨ ਇਹ ਵੀ ਹੈ ਕਿ ਬਹੁਤ ਵੱਡੀ ਭ੍ਰਾਂਤੀ ਫੈਲਾ ਦਿੱਤੀ ਗਈ ਵੀ ਹਸਪਤਾਲਾਂ ਤਾਂ ਤੁਹਾਨੂੰ ਬੰਦੇ ਨੂੰ ਮਾਰ ਦਿੰਦੇ ਨੇ, ਉਹਦੇ ਅੰਗ ਕੱਢ ਲੈਂਦੇ ਨੇ। ਉਹਦੇ ਤਾਂ ਸਰਕਾਰ ਰਹੀ ਚੁੱਪ, ਉਹਦੇ ਸਰਕਾਰ ਚੁੱਪ ਰਹੀ। ਉਹਦੇ ਸਰਕਾਰ ਦੇ ਮੰਤਰੀਆਂ ਨੇ, ਪੰਜਾਬ ਸਰਕਾਰ ਦੇ ਮੰਤਰੀਆਂ ਨੇ ਜਾ ਕੇ ਤਿੰਨਾਂ ਮੈਡੀਕਲ ਕਾਲਜਾਂ 'ਚ ਬਹਿ ਕੇ ਪੈਰਸ ਕਾਨਫਰੰਸਾਂ ਕਰੀਆਂ ਕਿਉਂ ਨਹੀਂ? ਲੋਕਾਂ ਨੂੰ ਦੱਸਿਆ ਕਿਉਂ ਨਹੀਂ? ਉਹਦੇ ਤਾਂ ਘਰ ਵੜ ਕੇ ਬੈਠ ਗਏ। ਫਿਰ ਲੋਕਾਂ 'ਚ ਵਹਿਮ ਫੈਲਣਾ ਹੀ ਹੈ। ਠੀਕ ਹੈ, ਚਲੋ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਤੁਹਾਡਾ ਵੀ ਔਰ ਬਾਕੀ ਮਹਿਮਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮੇਰੇ ਕੋਲ ਸਮਾਂ ਘੱਟ ਹੈ, ਸੋ ਮੁੱਕਦੀ ਗੱਲ ਇਹ ਹੈ ਕਿ ਕਰੋਨਾ ਨੂੰ ਬਹੁਤੇ ਲੋਕੀ ਇਹ ਸਮਝਦੇ ਨੇ ਔਰ ਪੋਲੀਟੀਕਲ ਪਾਰਟੀਆਂ ਵੀ ਇਹ ਸਮਝਦੀਆਂ ਨੇ ਕਿ ਕਰੋਨਾ ਨੂੰ ਵਰਤਿਆ ਜਾਂਦਾ ਹੈ। ਸੱਤਾਧਾਰੀ ਧਿਰਾਂ ਵੱਲੋਂ ਆਪਣੇ ਮਨਸੂਬਿਆਂ ਦੇ ਲਈ ਕਰੋਨਾ ਨੂੰ ਵਰਤਿਆ ਜਾਂਦਾ ਸੀ। ਇਹ ਨਹੀਂ ਕਹਿ ਰਹੇ ਕਿ ਕਰੋਨਾ ਹੈ ਹੀ ਨਹੀਂ ਹੈ, ਕਰੋਨਾ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ, ਕਰੋਨਾ ਹੈ, ਇਸੇ ਕਰਕੇ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਮਾਸਕ ਵੀ ਪਾਉਣਾ ਜ਼ਰੂਰੀ ਹੈ, ਸੋਸ਼ਲ ਡਿਸਟੈਂਸਿੰਗ ਦਾ ਧਿਆਨ ਵੀ ਰੱਖਣਾ ਜ਼ਰੂਰੀ ਹੈ। ਪਰ ਜਦੋਂ ਵੀ ਸਰਕਾਰਾਂ ਕੋਈ ਹਦਾਇਤਾਂ ਜਾਰੀ ਕਰਦੀਆਂ ਨੇ ਤਾਂ ਉਹਦੇ ਪਿੱਛੇ ਲੌਜਿਕ ਕੀ ਹੈ? ਲੌਜਿਕ ਅਸੀਂ ਜ਼ਰੂਰ ਪੁੱਛਾਂਗੇ, ਉਹ ਸਾਡਾ ਹੱਕ ਬਣਦਾ ਹੈ। ਸਵਾਲ ਪੁੱਛਿਆ ਜਾਵੇ ਕਿ ਜਿਹੜੀਆਂ ਹਦਾਇਤਾਂ ਤੁਸੀਂ ਲਾ ਰਹੇ ਹੋ ਉਹਦੇ ਪਿੱਛੇ ਲੌਜਿਕ ਤੁਹਾਨੂੰ ਨਜ਼ਰ ਕੀ ਆਉਂਦਾ ਹੈ? ਇੱਕ ਸਵਾਲ ਅਸੀਂ ਆਪਣੇ ਦਰਸ਼ਕਾਂ ਤੋਂ ਵੀ ਪੁੱਛਣਾ ਚਾਹੁੰਦੇ ਹਾਂ ਕਿ ਕੁਝ ਮਾਹਰਾਂ ਦੀ ਰਾਏ ਹੈ, ਸਿਹਤ ਮਾਹਰਾਂ ਦੀ ਕੋਈ ਰਾਏ ਹੈ। ਉਹ ਸਵਾਲ ਇਹ ਹੈ, ਮਾਹਰਾਂ ਦੇ ਅਨੁਸਾਰ ਕਰੋਨਾ ਉੱਤੇ ਠੱਲ ਪਾਉਣ ਦੇ ਲਈ ਕੀ ਥੋੜੇ ਸਮੇਂ ਲਈ ਪੰਜਾਬ ਸਰਕਾਰ ਨੂੰ ਪੂਰਨ ਤੌਰ ਤੇ ਲਾਕਡਾਊਨ ਲਗਾ ਦੇਣਾ ਚਾਹੀਦਾ? ਪੂਰਨ ਤੌਰ ਤੇ ਥੋੜੇ ਸਮੇਂ ਲਈ ਪੰਜਾਬ ਦੇ ਵਿੱਚ ਲਾਕਡਾਊਨ ਲਗਾਉਣਾ ਚਾਹੀਦਾ? ਇਹ ਸਵਾਲ ਜਿਹੜਾ ਇਹ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ। ਤੁਹਾਡਾ ਕੀ ਜਵਾਬ ਹੈ? ਸਾਨੂੰ ਜ਼ਰੂਰ ਕਮੈਂਟ ਕਰਕੇ ਇਸ ਦਾ ਜਵਾਬ ਦਿਓ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। प्रेजेंटेड बाय KEI वायर्स एंड केबल्स। हर टेंशन सही चलती रहे।